हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਸਬਜੈਕਟ ਦਾ BA ਫਸਟ ਸਮੈਸਟਰ ਦੇ ਲਈ ਟੌਪਿਕ ਲੈ ਕੇ ਆਏ ਹਾਂ ਮੌਰੀਆ ਸਾਮਰਾਜ ਦਾ ਜਿਹੜਾ ਕਿ ਸ਼ਾਸਨ ਪ੍ਰਬੰਧ, ਮੌਰੀਆ ਸ਼ਾਸਨ ਪ੍ਰਬੰਧ, ਠੀਕ ਹੈ, ਐਡਮਿਨਿਸਟ੍ਰੇਸ਼ਨ ਆਫ ਦਾ ਮੌਰੀਅਸ। तो ਇਹ ਸਟੂਡੈਂਟਸ ਤੁਹਾਨੂੰ ਇਕੱਠਾ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਮੌਰੀਆ ਅਧੀਨ ਜਿਹੜੇ ਕਿ ਪ੍ਰਸ਼ਾਸਨ ਲਿਖੋ ਜਾਂ ਸ਼ਾਸਨ ਪ੍ਰਬੰਧ। ਪਹਿਲਾਂ ਤਾਂ ਇਹ ਤੁਸੀਂ ਸਮਝੋ ਕਿ ਸ਼ਾਸਨ ਪ੍ਰਬੰਧ ਤੇ ਪ੍ਰਸ਼ਾਸਨ ਇੱਕੋ ਗੱਲ ਹੈ, ਠੀਕ ਹੈ। ਤੇ ਤੁਹਾਨੂੰ ਇਹ ਅਲੱਗ-ਅਲੱਗ ਵੀ ਕਹਿ ਕੇ ਪੁੱਛ ਸਕਦੇ ਨੇ ਕਿ ਮੌਰੀਆ ਦੇ ਸ਼ਾਸਨ ਦੇ ਅਧੀਨ ਕੇਂਦਰੀ ਸ਼ਾਸਨ ਪ੍ਰਬੰਧ ਕਿਵੇਂ ਦਾ ਸੀ, ਸੂਬਾਈ ਮੀਨਸ ਸੂਬਾ ਪ੍ਰਬੰਧ, ਪ੍ਰਾਂਤਕ ਪ੍ਰਬੰਧ ਕਿਵੇਂ ਦਾ ਸੀ, ਮਾਲੀਆ ਮੀਨਸ ਜਿਹੜੇ ਕਿ ਭੂਮੀ ਤੇ ਵਿੱਤੀ ਪ੍ਰਬੰਧ ਕਿਵੇਂ ਦਾ ਸੀ, ਨਿਆਇਕ ਹੋ ਗਿਆ ਜਿਹੜੇ ਕਿ ਨਿਆਂ ਕਿਵੇਂ ਦਾ ਸੀ ਪ੍ਰਬੰਧ, ਤੇ ਸਥਾਨਿਕ ਲੋਕਲ ਪ੍ਰਬੰਧ, ਠੀਕ ਹੈ, ਪਿੰਡਾਂ ਦਾ ਪ੍ਰਬੰਧ ਕਿਵੇਂ ਦਾ ਸੀ। ਇਹ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਤੇ ਕੁਐਸਚਨ ਤੁਹਾਨੂੰ ਅਲੱਗ-ਅਲੱਗ ਵੀ ਪੁੱਛਿਆ ਜਾ ਸਕਦਾ, ਸੈਨਿਕ ਤੇ ਅਸੈਨਿਕ ਤੇ ਸੈਨਿਕ ਪ੍ਰਬੰਧ ਜਾਂ ਨਾਗਰਿਕ ਤੇ ਸੈਨਿਕ। ਸਟੂਡੈਂਟਸ ਤੁਹਾਨੂੰ ਕੁਐਸਚਨ ਇਹ ਵੀ ਕਿਹਾ ਜਾ ਸਕਦਾ ਕਿ ਸਿਵਲ ਤੇ ਸੈਨਿਕ ਪ੍ਰਬੰਧ ਲਿਖੋ ਜਾਂ ਮੌਰੀਆ ਸ਼ਾਸਨ ਦੇ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ, ਜਾਂ ਤੁਹਾਨੂੰ ਚੰਦਰਗੁਪਤ ਮੌਰੀਆ ਦੇ ਨਾਲ ਵੀ ਕੁਐਸਚਨ ਆ ਸਕਦਾ ਹੁੰਦਾ, ਠੀਕ ਹੈ, ਵੀ ਚੰਦਰਗੁਪਤ ਮੌਰੀਆ ਸ਼ਾਸਨ ਪ੍ਰਬੰਧ ਲਿਖੋ ਜਾਂ ਮੌਰੀਆ ਸ਼ਾਸਨ ਦਾ ਸ਼ਾਸਨ ਪ੍ਰਬੰਧ ਲਿਖੋ, ਇੱਕੋ ਗੱਲ ਹੁੰਦੀ ਹੈ, ਠੀਕ ਹੈ। ਹਾਂਜੀ, ਇਸ ਦੇ ਵਿੱਚ ਆਪਾਂ ਕਰਾਂਗੇ ਪਹਿਲਾਂ ਜਾਂ ਸ਼ਾਸਨ ਪ੍ਰਬੰਧ ਦੀ ਵਿਸ਼ੇਸ਼ਤਾਵਾਂ। ਸਭ ਦਾ ਇੱਕੋ ਆਨਸਰ ਹੈ ਜਾਂ ਲੱਛਣ। ਬਸ ਤੁਸੀਂ ਕੀ ਦੇਖਣਾ ਕਿ ਪ੍ਰਸ਼ਾਸਨ ਪੁੱਛਿਆ ਵਾ ਹੋਵੇ, ਠੀਕ ਹੈ, ਮੌਰੀਆ ਦੇ ਵਿੱਚ, ਤੇ ਜਾਂ ਜਿਹੜੇ ਕਿ ਚੰਦਰਗੁਪਤ ਮੌਰੀਆ ਬਾਰੇ ਕੁਐਸਚਨ ਕਰਕੇ ਪੁੱਛ ਲੈਂਦੇ ਨੇ ਵੀ ਇਹਦਾ ਸ਼ਾਸਨ ਪ੍ਰਬੰਧ ਲਿਖੋ। ਹਾਂਜੀ, ਇਹਦੀ ਇੰਟਰੋਡਕਸ਼ਨ ਦੇ ਦੇਣੀ ਕਿ ਮੌਰੀਆ ਸਾਮਰਾਜ ਦੀ ਨੀਂਹ ਕਿਹਨੇ ਰੱਖੀ। ਆਪਾਂ ਨੇ ਪਹਿਲਾਂ ਕਾਫੀ ਵਾਰ ਕੁਐਸਚਨ ਕਰ ਚੁੱਕੇ ਹਾਂ ਮੌਰੀਆ ਵਾਲੇ, ਤਾਂ ਤੁਹਾਨੂੰ ਇੰਟਰੋਡਕਸ਼ਨ ਤਾਂ ਬਣਾਉਣੀ ਆ ਗਈ ਹੋਣੀ। ਇੰਟਰੋਡਕਸ਼ਨ ਮਤਲਬ ਕਿ ਮੌਰੀਆ ਸਾਮਰਾਜ ਦੀ ਸਥਾਪਨਾ ਕਿਹਨੇ ਕੀਤੀ, ਮੌਰੀਆ ਸਾਮਰਾਜ ਦੇ ਵਿੱਚ ਕਿਹੜਾ ਸ਼ਾਸਕ ਜਿਹੜੇ ਸਭ ਤੋਂ ਵੱਧ ਪ੍ਰਸਿੱਧ ਹੋਏ, ਤੁਸੀਂ ਇਹ ਲਿਖ ਸਕਦੇ ਹੋ। ਤੇ ਆਖਰੀ ਰਾਜਾ ਸੀ ਕੌਣ ਸੀ, ਤੁਸੀਂ ਇਹ ਵੀ ਇਹਦੇ ਇੰਟਰੋਡਕਸ਼ਨ 'ਚ ਲਿਖ ਸਕਦੇ ਹੋ। ਹੁਣ ਆਪਾਂ ਕਰਾਂਗੇ ਕੇਂਦਰੀ ਸ਼ਾਸਨ ਪ੍ਰਬੰਧ, ਸੈਂਟਰਲ ਗਵਰਨਮੈਂਟ, ਜਿਹਦੇ ਵਿੱਚ ਦੁਬਾਰਾ ਫਿਰ ਤੋਂ ਮੈਂ ਦੱਸ ਰਹੀ ਹਾਂ, ਹਰ ਇੱਕ ਵੀਡੀਓ 'ਚ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਲੌਂਗ ਕੁਐਸਚਨ ਯਾਦ ਕਰਨ ਦਾ ਸਭ ਤੋਂ ਬੈਸਟ ਢੰਗ ਇਹੀ ਹੁੰਦਾ ਕਿ ਲੌਂਗ ਕੁਐਸਚਨ ਦੇ ਪਹਿਲਾਂ ਹੈਡਿੰਗ ਯਾਦ ਕਰੋ। ਜਿੰਨੇ ਵੀ ਹੈਡਿੰਗ ਨੇ, ਮੇਨ ਹੈਡਿੰਗ ਤੇ ਉਹਦੇ ਸਬ ਹੈਡਿੰਗ, ਠੀਕ ਹੈ। ਜਿਵੇਂ ਕੇਂਦਰੀ ਸ਼ਾਸਨ ਪ੍ਰਬੰਧ ਆ, ਇਹਦੇ ਅੱਗੇ ਹੈਡਿੰਗ ਹੋਣਗੇ ਜਿਵੇਂ ਰਾਜਾ, ਮੰਤਰੀ ਪ੍ਰੀਸ਼ਦ, ਇਹਦੇ ਬਾਕੀ ਹੈਡਿੰਗ ਨੇ, ਹੈ ਨਾ, ਐਵੇਂ ਮੇਨ ਹੈਡਿੰਗ ਉਹਦੇ ਅੱਗੇ ਹੈਡਿੰਗ। ਇਹ ਸਾਰੇ ਪਹਿਲਾਂ ਹੈਡਿੰਗ ਤੁਹਾਡੇ ਯਾਦ ਹੋਣੇ ਚਾਹੀਦੇ ਨੇ। ਫਿਰ ਜਿਹੜਾ ਸ਼ਾਸਨ ਪ੍ਰਬੰਧ ਵਾਲਾ, ਚਾਹੇ ਗੁਪਤਾਂ ਦਾ ਪੁੱਛ ਲੈਣ, ਚਾਹੇ ਹਰਸ਼ਵਰਧਨ ਦਾ ਪੁੱਛ ਲੈਣ, ਚਾਹੇ ਮੌਰੀਆ ਸਾਮਰਾਜ ਦਾ, ਚਾਹੇ ਚੌਲਾਂ ਦਾ, ਠੀਕ ਹੈ, ਚਾਹੇ ਰਾਜਪੂਤਾਂ ਨੂੰ ਪੁੱਛ ਲੈਣ, ਹਰ ਇੱਕ ਦੇ ਵਿੱਚ ਜਿਹੜੇ ਮੇਨ ਪੁਆਇੰਟ ਨੇ ਹੈਡਿੰਗ ਨੇ, ਹੈਡਿੰਗ ਸੇਮ ਰਹਿਣਗੇ, ਠੀਕ ਹੈ, ਹੈਡਿੰਗ ਸੇਮ ਰਹਿਣਗੇ। ਰਾਜਾ, ਮੰਤਰੀ, ਪ੍ਰਾਂਤਕ ਸ਼ਾਸਨ ਪ੍ਰਬੰਧ, ਸਥਾਨਕ ਨਿਆਂਕ ਪ੍ਰਬੰਧ, ਭੂਮੀ ਕਰ ਸੰਬੰਧੀ, ਉਹ ਮੇਨ ਹੈਡਿੰਗ ਜਿਹੜੇ ਹੈਡਿੰਗ ਸੇਮ ਨੇ, ਬਟ ਵਿੱਚੋਂ ਥੋੜਾ ਮਟੀਰੀਅਲ ਚੇਂਜ ਹੋਊਗਾ, ਠੀਕ ਹੈ। ਹਾਂਜੀ, ਮੌਰੀਆ ਸਾਮਰਾਜ ਦਾ ਜਿਹੜਾ ਕਿ ਮੁਖੀਆ ਰਾਜਾ ਹੁੰਦਾ ਸੀ ਤੇ ਉਹ ਸ਼ਾਸਨ ਦੀ ਸਰਵਉੱਚ ਸ਼ਕਤੀ ਸੀ। ਰਾਜੇ ਦੀਆਂ ਸਾਰੀਆਂ ਸ਼ਕਤੀਆਂ ਜਿਹੜੀ ਕਿ ਅਸੀਮਤ ਹੁੰਦੀਆਂ ਸੀ ਰਾਜੇ ਦੇ, ਪਰ ਕਿ ਉਹਦੇ ਸ਼ਕਤੀ 'ਤੇ ਕੋਈ ਪਾਬੰਦੀ ਨਹੀਂ ਸੀ। ਤੇ ਉਹ ਕਾਨੂੰਨ ਬਣਾਉਂਦਾ ਸੀ, ਕਾਨੂੰਨਾਂ ਨੂੰ ਲਾਗੂ ਕਰਵਾਉਂਦਾ ਸੀ ਰਾਜ ਦੇ ਵਿੱਚ। ਉਹਦੇ ਦੁਆਰਾ ਬਣਾਇਆ ਗਿਆ ਜਿਹੜੇ ਕਿ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਸੀ ਕਰ ਸਕਦਾ, ਤੇ ਅਜਿਹਾ ਕਰਨ ਵਾਲਿਆਂ ਨੂੰ ਜਿਹੜੇ ਕਿ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਤੇ ਉਹ ਦੇਸ਼ ਦੇ ਪ੍ਰਧਾਨ ਜੱਜ ਦੇ ਰੂਪ ਦੇ ਵਿੱਚ ਕੰਮ ਕਰਦਾ ਸੀ, ਤੇ ਅਪਰਾਧੀਆਂ ਨੂੰ ਕਠੋਰ ਸਜ਼ਾ ਦੇਣੀ ਜਾਂ ਅਪਰਾਧੀਆਂ ਨੂੰ ਸਜ਼ਾ ਮਾਫ ਕਰਨੀ ਸਾਰਾ ਅਧਿਕਾਰ ਹੈ ਜਿਹੜੇ ਕਿ ਰਾਜੇ ਦਾ ਹੁੰਦਾ ਸੀ। ਤੇ ਉਹ ਨਿਰਪੱਖ ਨਿਆਂ ਕਰਦਾ ਸੀ। ਮੰਤਰੀਆਂ, ਜਾਸੂਸਾਂ, ਰਾਜਪੂਤਾਂ ਤੇ ਉੱਚ ਅਧਿਕਾਰੀਆਂ ਦੀ ਜਿਹੜੀ ਕਿ ਨਿਯੁਕਤੀ ਵੀ ਉਹ ਆਪ ਕਰਦਾ ਸੀ, ਤੇ ਉਹ ਉਹਨਾਂ ਦੇ ਅਹੁਦੇ ਤੋਂ ਵੀ ਜਿਹੜੇ ਕਿ ਉਹਨਾਂ ਨੂੰ ਹਟਾ ਸਕਦਾ ਸੀ। ਅੱਗੇ ਹੈ ਤੇ ਰਾਜੇ ਦੇ ਖਰਚ ਦਾ, ਆਮਦਨ ਦਾ ਵੇਰਵਾ ਜਿਹੜੀ ਕਿ ਉਹਦੇ ਸਾਹਮਣੇ ਰੱਖਿਆ ਜਾਂਦਾ ਸੀ। ਤੇ ਰਾਜ ਦੀ ਆਰਥਿਕ ਨੀਤੀ ਦਾ ਨਿਰਧਾਰਿਤ ਕਰਨਾ, ਉਹ ਵੀ ਸਾਰਾ ਮਤਲਬ ਕਿ ਸਾਰਾ ਜਿਹੜਾ ਕੰਮ ਜਿਹੜੇ ਕਿ ਰਾਜੇ ਦਾ ਹੁੰਦਾ ਸੀ। ਤੇ ਸੈਨਾ ਦਾ ਸਰਵਉੱਚ ਸੈਨਾਪਤੀ ਵੀ ਰਾਜਾ ਖੁਦ ਹੁੰਦਾ ਸੀ, ਤੇ ਅਗਵਾਈ ਵੀ ਕਰਦਾ ਸੀ। ਤੇ ਆਪਾਂ ਕਹਿ ਸਕਦੇ ਵੀ ਕੇਂਦਰੀ ਸ਼ਾਸਨ ਪ੍ਰਬੰਧ ਦਾ ਜਿਹੜੇ ਕਿ ਧੁਰਾ ਕੌਣ ਹੁੰਦਾ ਸੀ, ਰਾਜਾ ਹੁੰਦਾ ਸੀ। ਤੇ ਇਸ ਤੋਂ ਇਲਾਵਾ ਜਿਹੜੇ ਕਿ ਰਾਜੇ ਕੋਲ ਇੰਨੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਜਿਹੜੇ ਕਿ ਰਾਜਾ ਜਨਤਾ ਦੇ ਨਾਲ ਜਿਹੜੇ ਕਿ ਵਧੀਆ ਵਿਵਹਾਰ ਰੱਖਦਾ ਸੀ, ਤੇ ਜਨਤਾ ਦੇ ਜਿਹੜੇ ਕਿ ਭਲਾਈ ਵੱਲ ਧਿਆਨ ਦਿੰਦਾ ਸੀ। ਇਹ ਤੁਸੀਂ ਹਰ ਇੱਕ ਲਾਈਨ 'ਚ ਇਹ ਜਿਹੜੀ ਕਿ ਲਾਈਨਾਂ ਲਿਖਣੀਆਂ ਨੇ, ਜਿਹਦੇ ਵਿੱਚ ਆਪਾਂ ਕੇਂਦਰੀ ਸ਼ਾਸਨ ਪ੍ਰਬੰਧ ਵਿੱਚ ਰਾਜੇ ਵਾਲਾ ਪੁਆਇੰਟ ਕਰਾਂਗੇ। ਤੇ ਇਹਦੇ ਵਿੱਚ ਆ ਵੀ ਤੁਸੀਂ ਅਗਰ ਰੀਡ ਕਰਨਾ ਤਾਂ ਕਰ ਸਕਦੇ ਹੋ, ਠੀਕ ਹੈ, ਵੀ ਸ਼ਾਹੀ ਠਾਠ ਬਾਠ ਨਾਲ 24 ਹਾਥੀ ਨੇ ਸਲਾਮੀ ਲੈਂਦੇ ਸੀ। ਜੇ ਤੁਸੀਂ ਕਰਨਾ ਤਾਂ ਕਰ ਸਕਦੇ ਹੋ, ਨਹੀਂ ਉਹਨੂੰ ਛੱਡ ਵੀ ਸਕਦੇ ਹੋ ਐਕਸਟਰਾ। ਹਾਂਜੀ, ਮੰਤਰੀ ਪ੍ਰੀਸ਼ਦ ਕੌਟੱਲੇ ਦੇ ਅਨੁਸਾਰ ਜਿਹੜਾ ਕਿ ਇਕੱਲਾ ਰਾਜਾ ਇੱਕ ਪਹੀਏ ਦੇ ਸਮਾਨ ਆ। ਜਿਵੇਂ ਕਿ ਰੱਥ ਆ, ਜਿਹੜੇ ਕਿ ਰੱਥ ਕੋਈ ਵੀ ਰੱਥ ਹੈ ਜਿਹੜੇ ਕਿ ਦੋ ਪਹੀਆਂ ਦੇ ਨਾਲ ਹੀ ਚੱਲੂਗਾ। ਰੱਥ ਦੋ ਪਹੀਆਂ ਤੋਂ ਬਿਨਾਂ ਰੱਥ ਜਿਹੜੇ ਕਿ ਨਹੀਂ ਚੱਲ ਸਕਦਾ। ਇਕੱਲੇ ਰੱਥ ਇੱਕ ਪਹੀਆ ਜਿਹੜੇ ਕਿ ਰੱਥ ਨੂੰ ਨਹੀਂ ਚਲਾ ਸਕਦਾ। ਤਾਂ ਐਵੇਂ ਜਿਹੜੇ ਕਿ ਰਾਜ ਆ, ਰਾਜ ਨੂੰ ਵੀ, ਰਾਜ ਪ੍ਰਬੰਧ ਨੂੰ ਚਲਾਉਣ ਲਈ ਵੀ ਇਕੱਲਾ ਰਾਜਾ ਨਹੀਂ ਚਾਹੀਦਾ, ਮੰਤਰੀ ਵੀ ਹੋਣੇ ਚਾਹੀਦੇ ਨੇ, ਠੀਕ ਹੈ। ਜੇ ਇਕੱਲਾ ਰਾਜਾ ਤੋਂ ਤਾਂ ਇੱਕ ਰੱਥ ਦੇ ਇੱਕ ਪਹੀਏ ਦੀ ਤਰ੍ਹਾਂ, ਜਿਸ ਕਰਕੇ ਮੰਤਰੀ ਮੰਡਲ ਦੀ ਜ਼ਰੂਰਤ ਪੈਂਦੀ ਹੈ। ਤੇ ਹੀ ਚੰਦਰਗੁਪਤ ਨੇ ਸ਼ਾਸਨ ਪ੍ਰਬੰਧ ਦੇ ਸੰਬੰਧੀ ਜਿਹੜੇ ਕਿ ਕੰਮਾਂ ਦੇ ਵਿੱਚ ਆਪਣੀ ਸਹਾਇਤਾ ਤੇ ਸਲਾਹ ਦੇ ਲਈ ਮੰਤਰੀ ਮੰਡਲ ਨਿਯੁਕਤ ਕੀਤਾ ਸੀ। ਤੇ ਹਰੇਕ ਮਾਮਲੇ ਦੇ ਵਿੱਚ ਜਿਹੜੇ ਕਿ ਮੰਤਰੀ ਪ੍ਰੀਸ਼ਦ ਦੀ ਸਲਾਹ ਲੈਂਦਾ ਸੀ, ਤੇ ਬੈਠਕਾਂ ਹੁੰਦੀਆਂ ਸੀ, ਠੀਕ ਹੈ, ਤੇ ਨਿਰਣੇ ਹੁੰਦੇ ਸੀ। ਤਾਂ ਰਾਜੇ ਤੇ ਡਿਪੈਂਡ ਹੁੰਦਾ ਸੀ ਕਿ ਜਿਹੜੇ ਉਹਨੂੰ ਸਲਾਹ ਦਿੱਤੀਆਂ ਗਈਆਂ, ਨਿਰਣੇ ਦਿੱਤੇ ਗਏ, ਉਹਨਾਂ ਨੂੰ ਮੰਨੇ ਜਾਂ ਨਾ ਮੰਨੇ, ਠੀਕ ਹੈ, ਲਾਜ਼ਮੀ ਨਹੀਂ ਸੀ। ਤੇ ਮੰਤਰੀ ਮੰਡਲ ਦੇ ਵਿੱਚ ਪ੍ਰਧਾਨ ਮੰਤਰੀ ਜਿਹੜਾ ਕਿ ਪਹਿਲਾਂ ਆਉਂਦਾ ਸੀ, ਪ੍ਰਧਾਨ ਮੰਤਰੀ ਜਿਹੜੇ ਕਿ ਮੁੱਖ ਸਥਾਨ ਸੀ। ਰਾਜੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਹੁੰਦਾ ਸੀ, ਤੇ ਰਾਜ ਦੇ ਸਾਰੇ ਕੰਮਾਂ ਦੇ ਵਿੱਚ ਰਾਜੇ ਨੂੰ ਸਲਾਹ ਦਿੰਦਾ ਸੀ। ਹਰੇਕ ਵਿਭਾਗ ਦਾ ਜਿਹੜੇ ਕਿ ਕੰਮ ਦਾ ਨਿਰੀਖਣ ਕਰਦਾ ਸੀ।
ਤੇ ਤੁਸੀਂ ਇਹ ਵੀ ਲਾਈਨ ਲਿਖ ਸਕਦੇ ਹੋ ਕਿ ਕਟੱਲਿਆ ਜਿਹੜੇ ਕਿ ਪ੍ਰਧਾਨ ਮੰਤਰੀ ਸੀ ਚੰਦਰਗੁਪਤ ਮੌਰੀਆ ਦਾ। ਅੱਗੇ ਆਉਣਗੇ ਪ੍ਰੋਹਿਤ ਧਾਰਮਿਕ ਕੰਮਾਂ ਦਾ ਮੰਤਰੀ ਸੀ ਤੇ ਉਹ ਰਾਜ ਦਰਬਾਰ ਦੇ ਵਿੱਚ ਉਹਦਾ ਜਿਹੜੇ ਕਿ ਬਹੁਤ ਜ਼ਿਆਦਾ ਮਾਣ ਸਤਿਕਾਰ ਹੁੰਦਾ ਸੀ, ਠੀਕ ਹੈ। ਤੇ ਕਟੱਲਿਆ ਲਿਖਦਾ ਹੈ ਕਿ ਰਾਜੇ ਨੂੰ ਪ੍ਰੋਹਿਤ ਦੇ ਕਹੇ ਤੇ ਉਹਦੇ ਅਨੁਕਰਨ ਕਰਨਾ ਜਿਹੜੇ ਕਿ ਚਾਹੀਦਾ, ਜਿਵੇਂ ਪੁੱਤਰ ਪਿਤਾ ਦੇ ਤੇ ਚੇਲਾ ਗੁਰੂ ਦੇ ਦਾਸ ਸਵਾਮੀ ਦੀ ਕਰਦਾ, ਠੀਕ ਹੈ। ਮਤਲਬ ਕਿ ਪ੍ਰੋਹਿਤ ਜਿਹੜੇ ਕਿ ਧਾਰਮਿਕ ਕੰਮਾਂ ਦਾ ਮੰਤਰੀ ਸੀ। ਅੱਗੇ ਸੈਨਾਪਤੀ ਸੈਨਾ ਦਾ ਮੁਖੀਆ ਹੁੰਦਾ ਸੀ, ਸੈਨਾ ਦਾ ਸੰਗਠਨ, ਯੁੱਧ, ਸੰਧੀ, ਇਹ ਸਾਰੇ ਵਿਸ਼ਿਆਂ ਤੇ ਸਲਾਹ ਦਿੰਦਾ ਸੀ ਇਹ। ਸਮਹਰਤਾ ਆਰਥਿਕ ਵਿਸ਼ਿਆਂ ਦਾ ਮੰਤਰੀ ਸੀ, ਸਾਰੇ ਟੈਕਸ ਇਕੱਤਰ ਕਰਦਾ ਸੀ ਇਹ ਤੇ ਰਾਜ ਦੀ ਆਮਦਨ ਖਰਚ ਦਾ ਹਿਸਾਬ ਕਿਤਾਬ ਰੱਖਦਾ ਸੀ। ਅੱਗੇ ਹੈ ਸਨੀ ਤਾਤਾ, ਇਹ ਖਜ਼ਾਨਾ ਮੰਤਰੀ ਸੀ ਤੇ ਆਮਦਨ ਖਰਚ ਦਾ ਹਿਸਾਬ ਕਿਤਾਬ ਰੱਖਦਾ ਸੀ ਤੇ ਗੋਦਾਮਾਂ ਜੇਲ੍ਹਾਂ ਦਾ ਨਿਰੀਖਣ ਕਰਦਾ ਸੀ। ਦੁਆਰਿਕਾ ਜਿਹੜੇ ਕਿ ਰਾਜ ਮਹਿਲ ਦਾ ਮੰਤਰੀ ਸੀ। ਕਾਰਮਾਂਤਿਆ ਜਿਹੜੇ ਕਿ ਕਾਰਖਾਨਿਆਂ ਦਾ ਨਿਰੀਖਣ ਕਰਦਾ ਸੀ। ਅੰਤਪਾਲ ਸੀਮਾ ਖੇਤਰਾਂ ਵਿੱਚ ਬਣੇ ਦੁਰਗਾਂ ਤੇ ਛਾਉਣੀਆਂ ਦੀ ਦੇਖਭਾਲ ਕਰਦਾ ਸੀ। ਅੱਗੇ ਹੈ ਦੁਰਗਪਾਲ, ਇਹ ਰਾਜ ਦੇ ਅੰਦਰੂਨੀ ਭਾਗਾਂ ਦੇ ਵਿੱਚ ਬਣੇ ਕਿਲਿਆਂ ਤੇ ਸ਼ਾਹੀ ਮਹਿਲਾਂ ਦੀ ਦੇਖਭਾਲ ਕਰਦਾ ਸੀ। ਨੈਕਸਟ ਹੈ ਦੰਡਪਾਲ ਪੁਲਿਸ ਵਿਭਾਗ ਦਾ ਸਭ ਤੋਂ ਵੱਡਾ ਅਫਸਰ ਸੀ। ਪ੍ਰਸ਼ਾਸਤਾ ਜਿਹੜੇ ਕਿ ਪ੍ਰਸ਼ਾਸਤਾ ਰਿਕਾਰਡ ਵਿਭਾਗ ਦਾ ਮੰਤਰੀ ਸੀ। ਅੱਗੇ ਆਊਗਾ ਹੋਰ ਮੰਤਰੀ। ਹਾਂਜੀ, ਮੰਤਰੀਆਂ ਤੋਂ ਇਲਾਵਾ ਹੋਰ ਜਿਹੜੇ ਕਿ ਸਾਮਰਾਜ ਦੇ ਅਧਿਕਾਰੀ ਹੁੰਦੇ ਸੀ, ਜਿਵੇਂ ਅਮਾਤਿਆ ਜਾਂ ਅਧਿਅਕਸ਼, ਕੋਸ਼ ਅਧਿਅਕਸ਼, ਖਜ਼ਾਨੇ ਦਾ ਪ੍ਰਧਾਨ ਮੰਤਰੀ ਸੀ, ਖਜ਼ਾਨੇ ਦਾ ਪ੍ਰਧਾਨ ਸੀ। ਖਾਨ ਅਧਿਅਕਸ਼, ਖਾਨਾ ਦਾ ਪ੍ਰਧਾਨ ਸੀ। ਸਵਰਨ ਅਧਿਅਕਸ਼, ਗਹਿਣਿਆਂ ਦਾ ਅਧਿਅਕਸ਼ ਹੁੰਦਾ ਸੀ। ਅਧਿਅਕਸ਼ ਮੀਨਸ ਆਗੂ, ਠੀਕ ਹੈ। ਗਾਨਿਅਕ ਅਧਿਅਕਸ਼ ਵੇਸ਼ਵਾਵਾਂ ਤੇ ਕੰਟਰੋਲ ਰੱਖਦਾ ਸੀ। ਦੇਵ ਅਧਿਅਕਸ਼ ਮੰਦਰਾਂ ਤੇ। ਜਿੰਨੇ ਇਹਨਾਂ ਚੋਂ ਅਧਿਕਾਰੀ ਜ਼ਿਆਦਾ ਹੋ ਸਕੇ ਉਹਨੇ ਕਰ ਸਕਦੇ ਹੋ ਤੁਸੀਂ। ਅੱਗੇ ਹੈ ਪ੍ਰਾਂਤਕ। ਹਾਂਜੀ, ਮੌਰੀਆ ਪ੍ਰਸ਼ਾਸਨ ਆ ਜਿਹੜੇ ਕਿ ਮੌਰੀਆ ਸਾਮਰਾਜ ਜਿਹੜੇ ਕਿ 4 ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਮਗਧ, ਉੱਤਰ ਪੱਛਮੀ ਪ੍ਰਾਂਤ ਤੇ ਦੱਖਣੀ ਪ੍ਰਾਂਤ। ਬਟ 5ਵਾਂ ਪ੍ਰਾਂਤ ਆ ਜਿਹੜੇ ਕਿ ਅਸ਼ੋਕ ਨੇ ਸ਼ਾਮਿਲ ਕੀਤਾ ਸੀ। ਇਹ ਵੀ ਲਾਈਨ ਇਹਦੇ ਨਾਲ ਐਡ ਕਰਨੀ ਹੈ ਕਿ 5ਵਾਂ ਪ੍ਰਾਂਤ ਅਸ਼ੋਕ ਨੇ ਕਲਿੰਗ ਨੂੰ ਜਿੱਤ ਕੇ ਐਡ ਕੀਤਾ ਸੀ ਤੇ ਕਲਿੰਗ ਨੂੰ ਜਿੱਤਣ ਤੋਂ ਬਾਅਦ ਨੇ ਮੌਰੀਆ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਸੀ। ਕਲਿੰਗ ਦੀ ਰਾਜਧਾਨੀ ਰੱਖੀ ਸੀ ਜਿਹੜੀ ਕਿ ਤੋਸ਼ਾਲੀ। ਇਹਨਾਂ ਦੇ ਵਿੱਚੋਂ ਮਗਧ ਦਾ ਪ੍ਰਾਂਤ ਜਿਹੜੀ ਕਿ ਮਗਧ ਦੀ ਰਾਜਧਾਨੀ ਪਾਟਲੀਪੁੱਤਰ ਸੀ। ਤੁਸੀਂ ਜਿਹੜੇ ਕਿ ਯਾਦ ਰੱਖ ਸਕਦੇ ਹੋ ਰਾਜਧਾਨੀਆਂ ਇਕੱਲੀਆਂ। ਉੱਤਰ ਪੱਛਮੀ ਪ੍ਰਾਂਤ ਦੇ ਵਿੱਚ ਜਿਹੜੀ ਕਿ ਅਫਗਾਨਿਸਤਾਨ, ਬਲੂਚਿਸਤਾਨ, ਪੰਜਾਬ, ਸਿੰਧ ਆਉਂਦੇ ਸੀ। ਦੀ ਰਾਜਧਾਨੀ ਤਕਸ਼ੀਲਾ ਸੀ। ਉਸ ਤੋਂ ਅੱਗੇ ਹੈਗਾ ਪੱਛਮੀ ਪ੍ਰਾਂਤ, ਇਹਨਾਂ ਦੇ ਵਿੱਚ ਗੁਜਰਾਤ ਤੇ ਮਾਲਵਾ ਦੇ ਇਲਾਕੇ ਸੀ। ਰਾਜਧਾਨੀ ਸੀ ਉਜੈਨ। ਦੱਖਣੀ ਪ੍ਰਾਂਤ ਦੀ ਰਾਜਧਾਨੀ ਸੀ ਵਿੰਧਿਆਚਲ। ਅਸ਼ੋਕ ਨੇ ਕਲਿੰਗ ਨੂੰ ਜਿੱਤ ਲਿਆ ਸੀ। 5ਵਾਂ ਪ੍ਰਾਂਤ ਦੀ ਰਾਜਧਾਨੀ ਸੀ ਤੋਸ਼ਾਲੀ। ਤੇ ਹਰੇਕ ਪ੍ਰਾਂਤ ਦਾ ਸ਼ਾਸਨ ਇੱਕ ਗਵਰਨਰ ਦੇ ਅਧੀਨ ਹੁੰਦਾ ਸੀ, ਜਿਸ ਨੂੰ ਕੁਮਾਰ ਕਹਿੰਦੇ ਸੀ। ਤੇ ਗਵਰਨਰ ਦੇ ਅਹੁਦੇ ਤੇ ਆਮ ਤੌਰ ਤੇ ਜਿਹੜੇ ਕਿ ਰਾਜਕੁਮਾਰ ਭਾਵ ਕਿ ਰਾਜੇ ਦੇ ਪੁੱਤਰ ਨੂੰ ਹੀ ਲਗਾਇਆ ਜਾਂਦਾ ਸੀ, ਜਾਂ ਸ਼ਾਹੀ ਘਰਾਣੇ ਦਾ ਜਿਹੜੇ ਕੋਈ ਖਾਸ ਵਿਅਕਤੀ ਹੁੰਦਾ ਸੀ ਉਹਨੂੰ ਗਵਰਨਰ ਬਣਾਉਂਦੇ ਸੀ, ਠੀਕ ਹੈ। ਤੇ ਗਵਰਨਰ ਦਾ ਕੰਮ ਕੀ ਸੀ? ਰਾਜੇ ਦੇ ਦੇਸ਼ਾਂ ਨੂੰ ਲਾਗੂ ਕਰਵਾਉਣਾ, ਆਪਣੇ ਪ੍ਰਾਂਤਾਂ ਵਿੱਚ ਸ਼ਾਂਤੀ ਕਾਇਮ ਰੱਖਣਾ, ਯੁੱਧ ਦੇ ਸਮੇਂ ਸੈਨਿਕ ਸਹਾਇਤਾ ਕਰਨੀ, ਟੈਕਸ ਵਸੂਲ ਕਰਨਾ, ਨਿਆਂ ਸੰਬੰਧੀ ਰਿਕਾਰਡ, ਪ੍ਰਜਾ ਦੇ ਹਿੱਤਾਂ ਨਾਲ ਧਿਆਨ ਦੇਣਾ, ਇਹ ਸਾਰੇ ਜਿਹੜੇ ਕਿ ਇਹਦੇ ਕੰਮ ਹੁੰਦੇ ਸੀ। ਅੱਗੇ ਹੈਗਾ ਨਗਰ ਪ੍ਰਸ਼ਾਸਨ, ਨਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਨਗਰਾਂ ਦਾ ਪ੍ਰਬੰਧ ਜਿਹੜੇ ਕਿ ਮੇਅਰ ਦੇ ਹੱਥਾਂ ਦੇ ਵਿੱਚ ਹੁੰਦਾ ਸੀ ਤੇ ਉਹ ਸ਼ਾਂਤੀ ਤੇ ਵਿਵਸਥਾ ਦਾ ਪ੍ਰਬੰਧ ਕਰਦੇ ਸੀ, ਟੈਕਸ ਇਕੱਤਰ ਕਰਦੇ ਸੀ। ਮੇਅਰਾਂ ਦੀ ਮਦਦ ਲਈ ਸਥਾਨਕ ਤੇ ਗੋਪ ਨਾਂ ਦੇ ਅਧਿਕਾਰੀ ਹੁੰਦੇ ਸੀ। ਪਾਟਲੀਪੁੱਤਰ, ਤਕਸ਼ੀਲਾ, ਉਜੈਨ, ਇਹ ਵੱਡੇ ਵੱਡੇ ਨਗਰ ਸੀ ਜਿਨ੍ਹਾਂ ਦਾ ਖਾਸ ਪ੍ਰਬੰਧ ਰੱਖਿਆ ਜਾਂਦਾ ਸੀ ਤੇ ਇਹਦੇ ਪ੍ਰਬੰਧ ਰੱਖਣ ਲਈ 30 ਮੈਂਬਰਾਂ ਦੀ ਪ੍ਰੀਸ਼ਦ ਹੁੰਦੀ ਸੀ, ਜਿਹਦੇ ਵਿੱਚ ਜਿਹੜੇ ਕਿ 30 ਮੈਂਬਰ ਹੁੰਦੇ ਸੀ। 6 ਸਮਿਤੀਆਂ ਸੀ। 6 ਸਮਿਤੀਆਂ ਦੇ ਵਿੱਚ 5-5 ਵਿਅਕਤੀ ਹੁੰਦੇ ਸੀ, ਠੀਕ ਹੈ। ਹਰੇਕ ਸਮਿਤੀ ਦੇ ਵਿੱਚ 5-5 ਮੈਂਬਰ ਹੁੰਦੇ ਸੀ, ਤਾਂ ਇਹ ਟੋਟਲ ਜਿਹੜੇ ਕਿ 30 ਹੋ ਗਏ। ਜਿਹਦੇ ਵਿੱਚ ਸ਼ਿਲਪ ਸਮਿਤੀ ਸੀ, ਤੁਸੀਂ ਇਹਨੂੰ ਰੀਡ ਕਰ ਲੈਣਾ। ਵਿਦੇਸ਼ ਸਮਿਤੀ ਕਿਹੜੀ ਸੀ? ਜਿਹੜੀ ਵਿਦੇਸ਼ੀ ਕੰਮਾਂ ਦੇ ਹਿੱਤਾਂ ਦਾ ਧਿਆਨ ਰੱਖਦੀ ਸੀ। ਸ਼ਿਲਪ ਜਿਹੜੀ ਕਿ ਸ਼ਿਲਪ ਦੇ ਕੰਮਾਂ ਦੇ ਹਿੱਤਾਂ ਦਾ ਧਿਆਨ ਰੱਖਦੀ ਸੀ। ਵਸਤੂਆਂ ਜਿਹੜੇ ਕਿ ਨਿਰਮਾਣ ਵਗੈਰਾ ਤੇ ਜਨਗਣਨਾ ਜਿਹੜੀ ਜਨਮ ਮਰਨ ਦਾ ਹਿਸਾਬ ਕਿਤਾਬ ਰੱਖਦੀ ਸੀ। ਤੇ ਉਸ ਤੋਂ ਅੱਗੇ ਆਊਗਾ ਜਿਹੜੇ ਕਿ ਵਪਾਰ ਤੇ ਧਿਆਨ ਰੱਖਦੀ ਸੀ ਵੀ ਕੌਣ ਜਿਹੜੇ ਕਿ ਘੱਟ ਤੋਲ ਰਿਹਾ ਜਾਂ ਵੱਧ ਤੋਲ ਰਿਹਾ, ਸਾਰਿਆਂ ਦੇ ਜਿਹੜੇ ਕਿ ਘੱਟ ਤੋਲਣ ਵਾਲਿਆਂ ਨੂੰ ਸਖਤ ਸਜ਼ਾ ਦਿੰਦੀ ਸੀ। ਨਾਪ ਤੋਲ ਦੇ ਵੱਟਾਂ ਦੀ ਜਾਂਚ ਕਰਦੀ ਸੀ। ਉਦਯੋਗ ਸਮਿਤੀ, ਜਿਹਦੇ ਵਿੱਚ ਘਰਾਂ ਤੇ ਕਾਰਖਾਨਿਆਂ ਵਿੱਚ ਤਿਆਰ ਹੋਣ ਵਾਲੇ ਮਾਲ ਸੀ ਜਿਹੜਾ ਉਹਨਾਂ ਦਾ ਮੁਆਇਨਾ ਕੀਤਾ ਜਾਂਦਾ ਸੀ, ਕੋਈ ਮਿਲਾਵਟ ਤਾਂ ਨਹੀਂ ਹੈਗੀ, ਜੇ ਮਿਲਾਵਟ ਕਰਦਾ ਸੀ ਤਾਂ ਉਹਨੂੰ ਜੁਰਮਾਨਾ ਹੁੰਦਾ ਸੀ। ਕਾਰ ਜਿਹੜਾ ਕਿ ਟੈਕਸ ਸੰਬੰਧੀ ਬਿਕਰੀ ਕਰਤੇ ਇਕੱਤਰ ਕਰਦੀ ਸੀ, ਠੀਕ ਹੈ। ਨਗਰਾਂ ਦੀ ਸਿੱਖਿਆ, ਹਸਪਤਾਲ, ਮੰਦਰਾਂ, ਹੋਰ ਜਨ ਕਲਿਆਣ ਦਾ ਕੰਮ ਆ ਜਿਹੜੇ ਕਿ ਇਹੀ ਪ੍ਰੀਸ਼ਦ ਦੇ 30 ਮੈਂਬਰਾਂ ਜਿਹੜੇ ਕਿ ਮਿਲ ਕੇ ਕਰਦੇ ਸੀ। ਅੱਗੇ ਉਹ ਪਿੰਡਾਂ ਦਾ ਪ੍ਰਬੰਧ। ਪਿੰਡਾਂ ਨੂੰ ਜਿਹੜੇ ਕਿ ਤੁਸੀਂ ਸਥਾਨਕ ਪ੍ਰਬੰਧ ਵੀ ਲਿਖ ਸਕਦੇ ਹੋ। ਪਿੰਡਾਂ ਦਾ ਪ੍ਰਬੰਧ ਭਾਵ ਕਿ ਸਥਾਨਕ ਪ੍ਰਬੰਧ। ਤੇ ਇੱਕ ਤੁਸੀਂ ਸਟੂਡੈਂਟਸ ਇਹ ਵੀ ਯਾਦ ਰੱਖਣਾ ਵੀ ਜਿਹੜੇ ਜ਼ਿਲ੍ਹੇ ਸੀ ਤੇ ਜਿਹੜਾ ਨਗਰ ਪ੍ਰਬੰਧ ਆ ਸਟੂਡੈਂਟਸ, ਇਹੀ ਜਿਹੜੇ ਕਿ ਜ਼ਿਲ੍ਹਿਆਂ ਦਾ ਪ੍ਰਬੰਧ ਆ, ਇਹ ਵੀ ਯਾਦ ਰੱਖਣਾ, ਜ਼ਿਲ੍ਹਿਆਂ ਦਾ ਪ੍ਰਬੰਧ, ਠੀਕ ਹੈ। ਜ਼ਿਲ੍ਹਿਆਂ ਦਾ ਪ੍ਰਬੰਧ, ਇਹਨੂੰ ਹੈਡਿੰਗ ਤੁਸੀਂ ਜ਼ਿਲ੍ਹਿਆਂ ਦਾ ਪ੍ਰਬੰਧ ਵੀ ਬਣਾ ਸਕਦੇ ਹੋ, ਨਗਰਾਂ ਦਾ ਪ੍ਰਬੰਧ। ਤੇ ਉਸ ਸਮੇਂ ਦੇ ਵਿੱਚ ਜ਼ਿਲ੍ਹਿਆਂ ਨੂੰ ਕੀ ਕਹਿੰਦੇ ਸੀ, ਇਹ ਵੀ ਯਾਦ ਰੱਖਣਾ। ਜ਼ਿਲ੍ਹਿਆਂ ਨੂੰ ਇਹ 'ਚ ਲਿਖਣਾ ਵੀ ਹੈ, ਜ਼ਿਲ੍ਹਿਆਂ ਨੂੰ ਕਹਿੰਦੇ ਸੀ ਜਨਪਦ, ਠੀਕ ਆ। ਮੌਰੀਆ ਕਾਲ ਦੇ ਵਿੱਚ ਜ਼ਿਲ੍ਹਿਆਂ ਨੂੰ ਜਨਪਦ ਕਿਹਾ ਜਾਂਦਾ ਸੀ ਤੇ ਇਹਨਾਂ ਦਾ ਜਿਹੜੇ ਕਿ ਅਧਿਕਾਰੀ ਹੁੰਦਾ ਸੀ ਪ੍ਰਦੇਸ਼ਕ ਅਧਿਕਾਰੀ ਹੁੰਦਾ ਸੀ, ਠੀਕ ਹੈ। ਪ੍ਰਦੇਸ਼ਕ ਅਧਿਕਾਰੀ ਹੁੰਦਾ ਸੀ। ਜ਼ਿਲ੍ਹਿਆਂ ਨੂੰ ਮੌਰੀਆ ਕਾਲ ਦੇ ਵਿੱਚ ਜਨਪਦ ਕਿਹਾ ਜਾਂਦਾ ਸੀ ਤੇ ਪ੍ਰਦੇਸ਼ਕ ਇਹਨਾਂ ਦਾ ਅਧਿਕਾਰੀ ਹੁੰਦਾ ਸੀ। ਇਹ ਜ਼ਰੂਰ ਤੁਸੀਂ ਇਹਦੇ ਵਿੱਚ ਐਡ ਕਰਨਾ। ਹਾਂਜੀ, ਜ਼ਿਲ੍ਹੇ ਤੇ ਨਗਰ ਪ੍ਰਬੰਧ ਤੋਂ ਬਾਅਦ ਅਗਲਾ ਹੈਡਿੰਗ ਆਪਣਾ ਆਉਂਦਾ ਗ੍ਰਾਮ ਪ੍ਰਬੰਧ। ਗ੍ਰਾਮ ਪ੍ਰਬੰਧ ਭਾਵ ਕਿ ਪਿੰਡਾਂ ਦਾ ਪ੍ਰਬੰਧ। ਇਹਨੂੰ ਤੁਸੀਂ ਪਿੰਡਾਂ ਦਾ ਪ੍ਰਬੰਧ ਵੀ ਹੈਡਿੰਗ ਦੇ ਸਕਦੇ ਹੋ, ਪਿੰਡਾਂ ਦਾ ਪ੍ਰਬੰਧ, ਠੀਕ ਹੈ।
हाँ जी, ग्राम प्रशासन ਜਾਂ ਪਿੰਡ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਸੀ ਜਿਹਦਾ ਮੁਖੀਆ ਹੁੰਦਾ ਸੀ ਗ੍ਰਾਮਣੀ ਜਾਂ ਗ੍ਰਾਮਿਕ ਤੇ ਉਹਦੀ ਹੈਲਪ ਕਰਨ ਦੇ ਲਈ ਜਿਹੜੀ ਕਿ ਪੰਚਾਇਤ ਹੁੰਦੀ ਸੀ, ਭਾਵ ਕਿ ਗ੍ਰਾਮਣੀ ਜਾਂ ਗ੍ਰਾਮਿਕ ਦੀ ਹੈਲਪ ਕਰਨ ਦੇ ਲਈ ਪੰਚਾਇਤ ਹੁੰਦੀ ਸੀ ਤਾਂ ਕਿ ਪਿੰਡਾਂ ਦਾ ਪ੍ਰਬੰਧ ਸਹੀ ਢੰਗ ਨਾਲ ਹੋ ਸਕੇ। ਗ੍ਰਾਮਣੀ ਤੇ ਪੰਚਾਇਤ ਗ੍ਰਾਮ ਦੇ ਵਿੱਚ, ਗ੍ਰਾਮ ਭਾਵ ਕਿ ਪਿੰਡਾਂ ਦੇ ਵਿੱਚ ਸ਼ਾਸਨ ਦੇ ਨਿਆਂ ਸੰਬੰਧੀ ਸਾਰੇ ਕੰਮ ਕਰਦੇ ਸੀ ਤੇ ਉਹਨਾਂ ਨੂੰ ਕੇਂਦਰੀ ਸਰਕਾਰ ਵੱਲੋਂ ਕੋਈ ਵੀ ਤਨਖਾਹ ਨਹੀਂ ਮਿਲਦੀ ਸੀ ਤੇ ਨਾ ਹੀ ਉਹਨਾਂ ਦੇ ਕੰਮਾਂ ਦੇ ਵਿੱਚ ਕੇਂਦਰੀ ਸਰਕਾਰ ਆ ਜਿਹੜੀ ਕਿ ਕੋਈ ਦਖਲ ਅੰਦਾਜ਼ੀ ਸੀ, ਭਾਵ ਕਿ ਗ੍ਰਾਮਣੀ ਪਿੰਡਾਂ ਦਾ ਜਿਹੜਾ ਵੀ ਪ੍ਰਬੰਧ ਚਲਾ ਰਹੇ ਨੇ ਉਹਦੇ ਵਿੱਚ ਸਰਕਾਰ, ਕੇਂਦਰੀ ਸਰਕਾਰ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰਦੀ ਸੀ ਤੇ ਨਾ ਹੀ ਉਹਨਾਂ ਨੂੰ ਕੋਈ ਪੇ ਵਗੈਰਾ ਮਿਲਦੀ ਸੀ। ਤੇ ਪਿੰਡ ਦੇ ਸ਼ਾਸਨ ਦੀ ਦੇਖਭਾਲ ਲਈ ਗੋਪ ਨਾਮੀ ਅਧਿਕਾਰੀ ਨਿਯੁਕਤ ਕੀਤੇ ਗਏ ਸੀ। ਹਰੇਕ ਗੋਪ ਦੇ ਅਧੀਨ, ਜਿਵੇਂ ਪਿੱਛੇ ਦੱਸਿਆ ਆਪਾਂ ਕਹਿ ਚੁੱਕੇ ਕਿ 5 ਤੋਂ 10 ਤੱਕ ਪਿੰਡ ਹੁੰਦੇ ਸੀ, ਠੀਕ ਹੈ। ਭਾਵ ਕਿ ਗੋਪ ਦੇ ਅਧੀਨ ਕਿੰਨੇ ਪਿੰਡ ਹੁੰਦੇ ਸੀ? 5 ਤੋਂ 10 ਤੱਕ ਪਿੰਡ ਗੋਪ ਦੇ ਅੰਡਰ ਹੁੰਦੇ ਸੀ ਤੇ ਗੋਪ ਤੋਂ ਵੱਡਾ ਅਧਿਕਾਰੀ ਹੁੰਦਾ ਸੀ ਸਥਾਨਿਕ ਅਧਿਕਾਰੀ, ਜੇ ਇਸ ਦੇ ਪ੍ਰਬੰਧ ਹੇਠ ਹੁੰਦੇ ਸੀ 800 ਪਿੰਡ। ਭਾਵ ਕਿ ਗੋਪ ਤੇ ਸਥਾਨਿਕ ਜਿਹੜੇ ਪੰਚਾਇਤਾਂ ਦੇ ਵਿੱਚ ਪਿੰਡਾਂ ਦੇ ਪ੍ਰਬੰਧ ਲਈ ਹੁੰਦੇ ਸੀ, ਗੋਪ ਦੇ ਅਧੀਨ ਹੁੰਦੇ ਸੀ 5 ਤੋਂ 10 ਪਿੰਡ ਹੁੰਦੇ ਸੀ ਤੇ ਇਸ ਦੇ ਜਿਹੜੇ ਕਿ ਸਥਾਨਿਕ ਦੇ ਅਧੀਨ 800 ਪਿੰਡ ਹੁੰਦੇ ਸੀ। ਅੱਗੇ ਆਪਾਂ ਹੈਡਿੰਗ ਹੈ ਆਪਣਾ ਵਿੱਤੀ ਪ੍ਰਬੰਧ, ਠੀਕ ਹੈ। ਵਿੱਤੀ ਪ੍ਰਬੰਧ, ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ ਜਾਂ ਆਪਾਂ ਕਹਿ ਸਕਦੇ ਕਿ ਭੂਮੀ ਪ੍ਰਬੰਧ, ਠੀਕ ਹੈ। ਲੈਂਡ ਰੈਵਨਿਊ, ਭੂਮੀ ਪ੍ਰਬੰਧ ਜਾਂ ਇਹਨਾਂ ਦੇ ਵਿੱਚ ਹਾਂਜੀ ਜਾਂ ਭੂਮੀ ਜਿਹੜੇ ਕਿ ਲਗਾਨ। ਹਾਂਜੀ, ਚੰਦਰਗੁਪਤ ਮੌਰੀਆ ਨੇ ਕੌਟਲਿਆ ਦੇ ਸਿਧਾਂਤ ਨੂੰ ਮੰਨਦੇ ਹੋਏ ਸਾਰੇ ਕੰਮ ਉੱਤੇ ਜਿਹੜੇ ਕਿ ਵਿੱਤ ਉੱਪਰ ਜਿਹੜੇ ਕਿ ਨਿਰਭਰ ਕਰਦੇ ਸੀ ਸਾਰੇ ਕੰਮ, ਤੇ ਇਸ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ ਕਿਉਂਕਿ ਜਿਹੜੇ ਕਿ ਕੌਟਲਿਆ ਦੇ ਅਨੁਸਾਰ ਵੀ ਜਿਹੜੇ ਕਿ ਸਾਰੇ ਕੰਮ ਵਿੱਤ, ਪੈਸੇ ਤੇ ਆਧਾਰਿਤ ਹੁੰਦੇ ਨੇ, ਜਿਸ ਕਰਕੇ ਇਸ ਪ੍ਰਬੰਧ ਦੇ ਵੱਲ ਖਾਸ ਧਿਆਨ ਦਿੱਤਾ ਜਾਂਦਾ ਸੀ। ਤੇ ਵਿੱਤ ਵਿਭਾਗ ਦਾ ਜਿਹੜਾ ਕਿ ਇੱਕ ਮੰਤਰੀ ਨਿਯੁਕਤ ਹੁੰਦਾ ਸੀ ਜਿਸ ਨੂੰ ਕਹਿੰਦੇ ਸੀ ਸਮਾਹਰਤਾ ਤੇ ਉਸ ਦੀ ਦੇਖਭਾਲ ਦੇ ਵਿੱਚ ਸਾਰੇ ਜਿਹੜੇ ਕਿ ਟੈਕਸ ਜਾਂ ਕਰ ਇਕੱਠੇ ਕੀਤੇ ਜਾਂਦੇ ਸੀ ਤੇ ਉਹਨਾਂ ਦੇ ਅਧੀਨ ਜਿਹੜੇ ਕਿ ਕਈ ਅਧਿਅਕਸ਼ ਹੁੰਦੇ ਸੀ ਜਿਹੜੇ ਆਪਣੇ ਸਾਰੇ ਵਿਭਾਗਾਂ ਦਾ ਟੈਕਸ ਇਕੱਠਾ ਕਰਦੇ ਸੀ। ਭਾਵ ਕਿ ਇਹਨਾਂ ਦਾ ਮੁਖੀਆ ਹੁੰਦਾ ਸੀ ਸਮਾਹਰਤਾ ਤੇ ਸਮਾਹਰਤਾ ਦੇ ਅੱਗੇ ਬਾਕੀ ਜਿਹੜੇ ਕਰ ਟੈਕਸ ਇਕੱਠਾ ਕਰਨ ਲਈ ਅਧਿਕਾਰੀ ਹੁੰਦੇ ਸੀ। ਹਾਂਜੀ, ਪਹਿਲਾ ਪੁਆਇੰਟ ਆ ਜਾਊਗਾ ਭੂਮੀ ਕਰ ਦੇ ਵਿੱਚ ਭੂਮੀ ਕਰ ਜਾਂ ਲਗਾਨ ਸਾਮਰਾਜ ਦੀ ਆਮਦਨ ਦਾ ਮੁੱਖ ਸਾਧਨ ਸੀ। ਇਹ ਵੀ ਸਾਰੇ ਪੁਆਇੰਟਾਂ, ਸਾਰੇ ਹੈਡਿੰਗ ਆ ਜਿਹੜੇ ਕਿ ਸਿਮਿਲਰ ਹੁੰਦੇ ਨੇ ਸਾਰੇ ਦੇ ਸ਼ਾਸਨ ਪ੍ਰਬੰਧ ਦੇ ਵਿੱਚ। ਤਾਂ ਇਹਦੇ ਵਿੱਚ ਵੀ ਜਿਹੜੇ ਕਿ ਭੂਮੀ ਕਰ ਸਰਕਾਰ ਦੀ ਆਮਦਨ ਦਾ ਮੁੱਖ ਸਾਧਨ ਸੀ। ਭੂਮੀ ਦੋ ਪ੍ਰਕਾਰ ਦੀ ਹੁੰਦੀ ਸੀ, ਇੱਕ ਤਾਂ ਜਿਹੜੀ ਸਿੱਧੀ ਰਾਜੇ ਦੇ ਅਧਿਕਾਰ ਦੇ ਵਿੱਚ ਹੁੰਦੀ ਸੀ, ਦੂਜੀ ਜਿਹੜੀ ਕਿਸਾਨਾਂ ਦੇ ਅਧਿਕਾਰ ਦੇ ਵਿੱਚ ਹੁੰਦੀ ਸੀ। ਤੇ ਜਿਹੜੀ ਪਹਿਲੀ ਕਿਸਮ ਦੀ ਭੂਮੀ ਹੁੰਦੀ ਸੀ ਜਿਸ ਤੋਂ ਭਾਵ ਕਿ ਪਹਿਲੀ ਕਿਸਮ ਦੀ ਭੂਮੀ ਜਿਹੜੀ ਸਿੱਧੀ ਰਾਜੇ ਦੇ ਅਧੀਨ ਹੁੰਦੀ ਸੀ, ਉਸ ਦੀ ਭੂਮੀ ਤੋਂ ਜਿਹੜੀ ਆਮਦਨ ਪ੍ਰਾਪਤ ਹੁੰਦੀ ਸੀ ਉਹਨੂੰ ਕਹਿੰਦੇ ਸੀ ਸੀਤਾ, ਠੀਕ ਹੈ, ਸੀਤਾ ਕਿਹਾ ਜਾਂਦਾ ਸੀ। ਜਦਕਿ ਜਿਹੜੀ ਦੂਜੇ ਕਿਸਮ ਦੀ ਭੂਮੀ ਦੀ ਉਪਜ ਹੁੰਦੀ ਸੀ ਤਾਂ ਜਿਹੜੀ ਭੂਮੀ ਸਰਕਾਰ ਨੂੰ ਮਾਨਤਾ ਪ੍ਰਾਪਤ ਹੁੰਦੀ ਸੀ ਉਹਨੂੰ ਕਹਿੰਦੇ ਸੀ ਭਾਗ। ਭਾਵ ਕਿ ਜਿਹੜੀ ਤਾਂ ਸਿੱਧੀ ਰਾਜੇ ਦੇ ਅਧੀਨ ਹੀ ਖੇਤੀ ਹੁੰਦੀ ਸੀ, ਰਾਜੇ ਦੇ ਅਧੀਨ ਹੀ ਜਿਹੜੀ ਭੂਮੀ ਹੁੰਦੀ ਸੀ ਉਹਨੂੰ ਤਾਂ ਕਹਿੰਦੇ ਸੀ, ਉਹ ਤੋਂ ਜਿਹੜੀ ਰਾਜੇ ਨੂੰ ਆਪਣੀ ਹੀ ਮਤਲਬ ਕਿ ਆਪਣੀ ਹੀ ਜ਼ਮੀਨ ਜਾਇਦਾਦ ਤੋਂ ਜਿਹੜੀ ਰਾਜੇ ਨੂੰ ਆਮਦਨ ਹੁੰਦੀ ਸੀ ਉਹਨੂੰ ਤਾਂ ਕਹਿੰਦੇ ਸੀ ਸੀਤਾ। ਤੇ ਜਦ ਕਿ ਕਿਸਾਨਾਂ, ਕਿਉਂਕਿ ਦੂਜੇ ਦਰਜੇ ਦੀ ਭੂਮੀ ਜਿਹੜੀ ਕਿਸਾਨਾਂ ਦੇ ਕੋਲ ਸੀ, ਤਾਂ ਕਿਸਾਨਾਂ ਦੇ ਕੋਲ ਜਦੋਂ ਭੂਮੀ ਸੀ ਉਹ ਤੋਂ ਸਰਕਾਰ ਲੈਂਦੀ ਸੀ ਟੈਕਸ, ਤਾਂ ਉਹ ਜਿਹੜਾ ਟੈਕਸ ਇਕੱਠਾ ਹੁੰਦਾ ਸੀ ਉਹਨੂੰ ਕਹਿੰਦੇ ਸੀ ਭਾਗ, ਠੀਕ ਹੈ, ਉਹਨੂੰ ਕਹਿੰਦੇ ਸੀ ਭਾਗ। ਤੇ ਭਾਗ ਭੂਮੀ ਉਪਜ ਦਾ 1/6 ਜਾਂ 1/4 ਹਿੱਸਾ ਲਿਆ ਜਾਂਦਾ ਸੀ। ਤੇ ਕਿਸਾਨਾਂ ਦੀ ਭਲਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ। ਮੈਗਜ਼ੀਨ ਦੇ ਅਨੁਸਾਰ ਕਿਸਾਨਾਂ ਦਾ ਉਸ ਸਮੇਂ ਦੇ ਸਮਾਜ ਦੇ ਵਿੱਚ ਬਹੁਤ ਆਦਰ ਹੁੰਦਾ ਸੀ ਤੇ ਉਹਨਾਂ ਦੇ ਕੋਲ ਕੋਈ ਯੁੱਧ ਵੀ ਹੋ ਰਿਹਾ ਹੁੰਦਾ ਸੀ ਤਾਂ ਵੀ ਜਿਹੜੇ ਕਿ ਕਿਸਾਨਾਂ ਨੂੰ ਹਾਨੀ ਨਹੀਂ ਪਹੁੰਚਾਈ ਜਾਂਦੀ ਸੀ। ਤੇ ਚੰਦਰਗੁਪਤ ਮੌਰੀਆ ਨੇ ਕਿਸਾਨਾਂ ਨੂੰ ਸਿੰਚਾਈ ਦੇ ਸਹੂਲਤਾਂ ਦੇਣ ਲਈ ਨਹਿਰਾਂ ਖੁਦਵਾਈਆਂ, ਠੀਕ ਹੈ। ਪੱਛਮੀ ਭਾਰਤ ਦੇ ਵਿੱਚ ਸੁਦਰਸ਼ਨ ਝੀਲ ਦੀ ਜਿਹੜੀ ਕਿ ਉਸਾਰੀ ਕਰਵਾਈ ਤੇ ਕਾਲ ਪੈ ਜਾਣ ਕਰਕੇ ਕਿਸਾਨਾਂ ਦੇ ਜਿਹੜੇ ਕਿ ਟੈਕਸ ਵੀ ਮਾਫ ਕੀਤਾ ਸੀ ਤੇ ਸਰਕਾਰ ਉਹਨਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਦੀ ਸੀ। ਇਸ ਤੋਂ ਇਲਾਵਾ ਸਰਕਾਰ ਦੀ ਆਮਦਨ ਦੇ ਹੋਰ ਸਾਧਨ ਕਿਹੜੇ ਸੀ? ਫਲ, ਫੁੱਲਾਂ ਤੇ ਸਬਜ਼ੀਆਂ ਨੂੰ ਲਗਾਇਆ ਗਿਆ ਟੈਕਸ, ਵਣਾਂ ਤੋਂ ਪ੍ਰਾਪਤ ਕੀਤੀ ਗਈ ਆਮਦਨੀ, ਸਿੰਚਾਈ ਟੈਕਸ, ਸੀਮਾ ਸ਼ੁਲਕ, ਚੁੰਗੀ ਟੈਕਸ, ਸ਼ਰਾਬ ਕੱਢਣ ਉੱਤੇ ਟੈਕਸ, ਲੂਣ ਬਣਾਉਣ ਵਾਲਿਆਂ ਉੱਪਰ ਟੈਕਸ, ਵੱਖ-ਵੱਖ ਕਿੱਤਿਆਂ ਉੱਪਰ ਟੈਕਸ, ਅਦਾਲਤਾਂ ਰਾਹੀਂ ਅਪਰਾਧੀਆਂ ਉੱਪਰ ਲਗਾਏ ਗਏ ਜੁਰਮਾਨੇ, ਵਪਾਰ, ਸਿੱਕਿਆਂ ਤੇ ਖਾਨਾਂ ਤੋਂ ਪ੍ਰਾਪਤ ਕੀਤੀ ਗਈ ਆਮਦਨੀ, ਅਧਿਕ ਆਮਦਨੀ ਉੱਪਰ ਟੈਕਸ, ਸਮਰਾਟ ਨੂੰ ਜਿਹੜੇ ਕਿ ਭੇਟ ਕੀਤੇ ਗਏ ਉਪਹਾਰ, ਲਿਵਾਸ, ਸੰਪਤੀ ਦੀ ਜ਼ਬਤੀ, ਇਹ ਸਾਰੇ ਜਿਹੜੇ ਕਿ ਸਰਕਾਰ ਦੇ ਹੋਰ ਆਮਦਨ ਦੇ ਸਾਧਨ ਸੀ। ਹੁਣ ਖਰਚ ਕਿੱਥੇ ਕਰਦੀ ਸੀ ਸਰਕਾਰ? ਤਾਂ ਇਹ ਜਿਹੜੇ ਕਿ ਰਾਜੇ ਦੀ ਠਾਠ ਬਾਠ, ਉਹਦੇ ਦਰਬਾਰ ਪਰਿਵਾਰ ਤੇ ਰਹਿਣ ਸਹਿਣ ਦਾ ਖਰਚ, ਮੰਤਰੀਆਂ ਤੇ ਦੂਜੇ ਅਧਿਕਾਰੀਆਂ ਤੇ ਤਨਖਾਹਾਂ ਤੇ ਖਰਚ, ਸੈਨਿਕਾਂ ਦੀ ਤਨਖਾਹ, ਸ਼ਾਸਤਰਾਂ ਦੇ ਕਿਲਿਆਂ ਦੇ ਨਿਰਮਾਣ ਉੱਤੇ ਖਰਚ, ਸ਼ਾਹੀ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਸ਼ਿਲਪਕਾਰਾਂ ਦੀਆਂ ਤਨਖਾਹਾਂ, ਧਾਰਮਿਕ ਸੰਸਥਾਵਾਂ ਨੂੰ ਦਾਨ ਦੇਣਾ, ਮਰ ਜਾਣ ਵਾਲੇ ਸੈਨਿਕਾਂ ਤੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਧਨ ਰਾਸ਼ੀ, ਬੇਕਾਰ ਤੇ ਨਿਰਧਨ ਲੋਕਾਂ ਦੀ ਜਿਹੜੀ ਕਿ ਸਹਾਇਤਾ ਕਰਨੀ, ਤੇ ਭਵਨਾਂ, ਸੜਕਾਂ, ਨਹਿਰਾਂ ਤੇ ਹਸਪੀਟਲਾਂ ਦਾ ਜਿਹੜੀ ਕਿ ਉਸਾਰੀ ਕਰਨਾ। ਹੁਣ ਅਗਲਾ ਹੈਡਿੰਗ ਹੈਗਾ ਆਪਣਾ ਨਿਆਂ ਪ੍ਰਣਾਲੀ। ਹਾਂਜੀ, ਨਿਆਂ ਪ੍ਰਣਾਲੀ ਦੇ ਵਿੱਚ ਰਾਜਾ ਨਿਆਂ ਦਾ ਸੋਮਾ ਸੀ। ਨਿਆਂ ਪ੍ਰਣਾਲੀ ਦੇ ਵਿੱਚ ਪਹਿਲਾਂ ਆਪਾਂ ਲਿਖਾਂਗੇ ਹੈਡਿੰਗ ਰਾਜਾ ਨਿਆਂ ਦਾ ਸੋਮਾ।
ਸਮਰਾਟ ਜਿਹੜੀ ਕਿ ਨਿਆਂ ਦਾ ਸੋਮਾ ਹੁੰਦਾ ਸੀ, ਉਹ ਵੱਡੇ ਵੱਡੇ ਮੁਕੱਦਮਿਆਂ ਦਾ ਫੈਸਲਾ ਆਪ ਕਰਦਾ ਸੀ ਤੇ ਛੋਟੀਆਂ ਅਦਾਲਤਾਂ ਤੋਂ ਅਪੀਲਾਂ ਸੁਣਦਾ ਸੀ। ਠੀਕ ਹੈ, ਸਮਰਾਟ। ਤੇ ਉਹ ਲੋਕਾਂ ਦੀ ਸ਼ਿਕਾਇਤਾਂ ਸੁਣਨ ਲਈ ਸਦਾ ਤਿਆਰ ਰਹਿੰਦਾ ਸੀ। ਤੇ ਸਾਨੂੰ ਜਿਹੜੇ ਕਿ ਇਹ ਪਤਾ ਲੱਗਦਾ ਕਿ ਉਹ ਕਈ ਵਾਰ ਨਿਆਂ ਦੇ ਕੰਮ ਦੇ ਵਿੱਚ ਸਾਰਾ ਸਾਰਾ ਦਿਨ ਬਤੀਤ ਕਰ ਦਿੰਦੇ ਸੀ। ਠੀਕ ਹੈ, ਤੇ ਅਪਰਾਧੀਆਂ ਨੂੰ ਕਠੋਰ ਤੋਂ ਕਠੋਰ ਦੰਡ ਦੇਣ ਤੇ ਉਹਨਾਂ ਨੂੰ ਖਿਮਾ ਕਰਨ ਦਾ ਪੂਰਾ ਅਧਿਕਾਰ ਪ੍ਰਾਪਤ ਸੀ ਜਿਹੜੇ ਕਿ ਰਾਜੇ ਨੂੰ। ਅੱਗੇ ਹੈ ਦੂਜੀਆਂ ਅਦਾਲਤਾਂ। ਰਾਜੇ ਦੀ ਅਦਾਲਤ ਤੋਂ ਬਾਅਦ ਹੋਰ ਕਿਹੜੀਆਂ ਅਦਾਲਤਾਂ ਸੀ? ਚੰਦਰਗੁਪਤ ਨੇ ਆਪਣੇ ਸਾਮਰਾਜ ਦੇ ਵਿੱਚ ਅਦਾਲਤਾਂ ਦਾ ਜਾਲ ਵਿਛਾਇਆ ਹੋਇਆ ਸੀ। ਹਰੇਕ ਪਿੰਡ ਦੇ ਵਿੱਚ ਪੰਚਾਇਤ ਹੁੰਦੀ ਸੀ ਜਿਹੜੀ ਪਿੰਡ ਦੇ ਛੋਟੇ ਮੋਟੇ ਝਗੜਿਆਂ ਦਾ ਫੈਸਲਾ ਕਰਦੀ ਸੀ। ਤੇ ਇਸ ਤੋਂ ਬਾਅਦ ਜਿਹੜੇ ਕਿ ਅਦਾਲਤਾਂ ਦਾ ਕੌਟਲਿਆ ਨੇ ਅਰਥ ਸ਼ਾਸਤਰ ਦੇ ਵਿੱਚ ਵਰਣਨ ਕੀਤਾ। ਉਹ ਲਿਖਦਾ ਕਿ ਦੋ ਪਿੰਡਾਂ ਦੇ ਝਗੜਿਆਂ ਨੂੰ ਨਿਪਟਾਉਣ ਲਈ ਇੱਕ ਜਿਹੜੀ ਹੁੰਦੀ ਸੀ ਅਦਾਲਤ, ਉਹਨੂੰ ਕਹਿੰਦੇ ਸੀ ਜਨਪਦ। ਦੋ ਪਿੰਡਾਂ ਦੇ ਝਗੜਿਆਂ ਨੂੰ ਨਿਪਟਾਉਣ ਦੇ ਲਈ ਹੁੰਦੀ ਸੀ ਜਨਪਦ, ਤੇ 10 ਪਿੰਡਾਂ ਦੇ ਝਗੜੇ ਨੂੰ ਨਿਪਟਾਉਣ ਲਈ ਹੁੰਦੀ ਸੀ ਸੰਗ੍ਰਹਿਣ। ਠੀਕ ਹੈ, ਤੇ 100 ਪਿੰਡਾਂ ਦੀ ਅਦਾਲਤ ਹੁੰਦੀ ਸੀ ਦਰੋਣਮੁਖ। ਠੀਕ ਹੈ, ਦਰੋਣਮੁਖ ਹੁੰਦੀ ਸੀ 100 ਪਿੰਡਾਂ ਦੀ ਅਦਾਲਤ, ਤੇ 800 ਪਿੰਡਾਂ ਦੀ ਅਦਾਲਤ ਹੁੰਦੀ ਸੀ ਸਥਾਨਿਆ। ਤੇ ਹਰੇਕ ਅਦਾਲਤ ਦੇ ਵਿੱਚ 3 ਅਮਾਤਿਆ, 3 ਧਰਮਾਸਤ ਜਿਹੜੇ ਕਿ ਅਧਿਕਾਰੀ ਹੁੰਦੇ ਸੀ, ਜਿਹੜੇ ਫੌਜਦਾਰੀ ਮੁਕੱਦਮੇ ਨਾਲ ਫੈਸਲਾ ਕਰਦੇ ਸੀ, ਤੇ ਉਹਨਾਂ ਨੂੰ ਕੰਟਕ ਸ਼ੋਧਨ ਕਿਹਾ ਜਾਂਦਾ ਸੀ। ਅਗਰ ਤੁਹਾਡੇ ਯਾਦ ਹੁੰਦਾ ਠੀਕ ਹੈ, ਨਹੀਂ ਤੁਸੀਂ ਕਹਿ ਸਕਦੇ ਹੋ ਕਿ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਅਦਾਲਤਾਂ ਸੀ। 100 ਪਿੰਡਾਂ ਦੀ, 2 ਪਿੰਡਾਂ ਦੀ, ਠੀਕ ਹੈ, 100 ਪਿੰਡਾਂ ਦੀ, 10 ਪਿੰਡਾਂ ਦੀ, 800 ਪਿੰਡਾਂ ਦੀਆਂ ਅਦਾਲਤਾਂ ਹੁੰਦੀਆਂ ਸੀ, ਤੇ 3 ਅਧਿਕਾਰੀ ਹੁੰਦੇ ਸੀ। ਤੇ ਛੋਟੀਆਂ ਅਦਾਲਤਾਂ ਦੇ ਵਿਰੁੱਧ ਵੱਡੀ ਅਦਾਲਤਾਂ ਵਿੱਚ ਅਪੀਲਾਂ ਸੁਣੀਆਂ ਜਾਂਦੀਆਂ ਸੀ। ਅੰਤਿਮ ਸ਼ਕਤੀ ਰਾਜੇ ਕੋਲ ਹੁੰਦੀ ਸੀ ਤੇ ਲੋਕ ਨਿਆਂ ਪ੍ਰਾਪਤ ਕਰਨ ਲਈ ਆਮ ਤੌਰ ਤੇ ਰਾਜੇ ਦੇ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਸੀ। ਅੱਗੇ ਹੈ ਕਾਨੂੰਨ ਤੇ ਦੰਡ। ਹਾਂਜੀ, ਮੁਕੱਦਮਿਆਂ ਦਾ ਫੈਸਲਾ ਮੰਨੂ ਤੇ ਦੂਜੇ ਕਾਨੂੰਨੀ ਜਿਹੜੇ ਕਿ ਨਿਰਮਾਤਾਂ ਦੇ ਲਿਖੇ ਹੋਏ ਕਾਨੂੰਨਾਂ ਤੇ ਰੀਤੀ ਰਿਵਾਜ ਦੇ ਅਕੋਰਡਿੰਗ ਹੁੰਦੇ ਸੀ। ਵੈਸੇ ਕੋਈ ਜਿਵੇਂ ਅੱਜ ਕੱਲ੍ਹ ਵੀ ਕੋਈ ਧਾਰਾਵਾਂ ਨੇ, ਉਹਨਾਂ ਦੇ ਅਕੋਰਡਿੰਗ ਕੁਛ ਵੀ ਪਹਿਲਾਂ ਕੋਈ ਵੀ ਨਿਯਮ ਦੇ ਅਕੋਰਡਿੰਗ ਜਿਹੜੀ ਕਿ ਸਜ਼ਾ ਨਹੀਂ ਸੀ, ਕੋਈ ਵੀ ਕਾਨੂੰਨ ਨਹੀਂ ਸੀ। ਜਿਵੇਂ ਦੇ ਲੋਕਾਂ ਦੇ ਵਿੱਚ ਰੀਤੀ ਰਿਵਾਜ ਸੀ, ਉਵੇਂ ਦੇ ਜਿਹੜੇ ਕਿ ਨਿਆਂ ਹੁੰਦਾ ਸੀ ਉਹਨਾਂ ਦੇ ਅਕੋਰਡਿੰਗ ਹੀ, ਜਾਂ ਜਿਹੜੇ ਕਿ ਭਾਵ ਕਿ ਰੀਤੀ ਰਿਵਾਜਾਂ ਦੇ ਜਿਹੜੇ ਕਾਨੂੰਨ ਨਿਰਮਾਤਾ ਹੁੰਦੇ ਜਿਹੜੇ ਕਿ ਲਿਖੇ ਹੋਏ ਗ੍ਰੰਥਾਂ ਦੇ ਅਕੋਰਡਿੰਗ। ਰਾਜਾ ਤੇ ਨਿਆਤੀਸ਼ ਆਪਣੀ ਬੁੱਧੀ ਦੇ ਅਨੁਸਾਰ, ਆਪਣੇ ਦਿਮਾਗ ਦੇ ਅਨੁਸਾਰ ਜਿਹੜੇ ਕਿ ਫੈਸਲਾ ਕਰਦੇ ਸੀ। ਤੇ ਛੋਟੇ ਛੋਟੇ ਅਪਰਾਧਾਂ ਲਈ ਫਾਈਨ ਕੀਤਾ ਜਾਂਦਾ ਸੀ, ਜੁਰਮਾਨਾ। ਜੇ ਕੋਈ ਝੂਠੀ ਗਵਾਹੀ ਦਿੰਦਾ ਸੀ, ਸਰਕਾਰ ਨੂੰ ਟੈਕਸ ਨਾ ਦਿੰਦਾ ਸੀ, ਤੇ ਸ਼ਿਲਪਕਾਰਾਂ ਨੂੰ ਅੰਗਹੀਨ ਕਰਨ ਤੇ ਕਤਲ ਕਰਨਾ, ਪਵਿੱਤਰ ਦਰਖਤ ਵੱਢਣ ਨੂੰ, ਚੋਰੀ ਡਾਕੇ ਅਪਰਾਧਾਂ ਲਈ ਜਾਂ ਤਾਂ ਮੌਤ ਦੀ ਸਜ਼ਾ ਹੁੰਦੀ ਸੀ ਜਾਂ ਸਰੀਰ ਦਾ ਕੋਈ ਅੰਗ ਕੱਟ ਦਿੱਤਾ ਜਾਂਦਾ ਸੀ। ਤੇ ਅਪਰਾਧੀਆਂ ਦੇ ਵਾਲ ਕੱਟਣ ਤੇ ਉਹਦਾ ਅਪਮਾਨ ਕਰਨਾ, ਉਹਨੂੰ ਕੈਦ ਕਰਨਾ, ਇਹ ਦੰਡ ਵੀ ਦਿੱਤੇ ਜਾਂਦੇ ਸੀ। ਤੇ ਬ੍ਰਾਹਮਣਾਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ, ਬਟ ਉਹਨਾਂ ਨੂੰ ਜਿਹੜੇ ਕਿ ਭਾਰੀ ਜੁਰਮਾਨਾ ਕੀਤਾ ਜਾਂਦਾ ਸੀ, ਤੇ ਉਹਨਾਂ ਦੀ ਸਾਰੀ ਸੰਪੱਤੀ ਖੋਹ ਲਈ ਜਾਂਦੀ ਸੀ। ਤੇ ਵੱਡੇ ਵੱਡੇ ਅਪਰਾਧਾਂ ਲਈ ਉਹਨਾਂ ਨੂੰ ਖਾਨਾਂ ਦੇ ਵਿੱਚ ਕੰਮ ਕਰਨ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ, ਭਾਵ ਕਿ ਸਖਤ ਤੋਂ ਸਖਤ ਜਿਹੜੇ ਉਹਨਾਂ ਨੂੰ ਕੰਮ ਕਰਵਾਇਆ ਜਾਂਦਾ ਸੀ। ਤੇ ਉਹਨਾਂ ਲਈ ਖਾਸ ਤੌਰ ਤੇ ਅਪਮਾਨਜਨਕ ਹੁੰਦੀ ਸੀ। ਤੇ ਅਪਰਾਧੀਆਂ ਨੂੰ ਕਰੜੇ ਦੰਡ ਦਿੱਤੇ ਜਾਣ ਕਰਕੇ ਅਪਰਾਧ ਬਹੁਤ ਘੱਟ ਹੁੰਦੇ ਸੀ। ਸਾਮਰਾਜ ਦੇ ਵਿੱਚ ਜਿਹੜੇ ਕਿ ਸੁਰੱਖਿਆ ਸ਼ਾਂਤੀ ਸਥਾਪਿਤ ਸੀ। ਮੈਗਜ਼ੀਨ ਲਿਖਦਾ ਕਿ ਪਾਟਲੀਪੁੱਤਰ ਜਿਸ ਦੀ ਜਨਸੰਖਿਆ 4 ਲੱਖ ਸੀ, ਕਦੀ ਵੀ ਕਿਸੇ ਇੱਕ ਦਿਨ ਵੀ 8 ਪੌਂਡ ਤੋਂ ਵੱਧ ਚੋਰੀ ਨਹੀਂ ਸੀ ਹੋਈ। ਠੀਕ ਹੈ, ਤਾਂ ਨਿਆਂ ਪ੍ਰਣਾਲੀ ਦੇ ਵਿੱਚ ਪਹਿਲਾਂ ਰਾਜਾ ਨਿਆਂ ਦਾ ਸੋਮਾ, ਫਿਰ ਉਸ ਤੋਂ ਬਾਅਦ ਕਾਨੂੰਨ ਤੇ ਦੰਡ ਕਿਵੇਂ ਦੇ ਸੀ। ਠੀਕ ਹੈ, ਤੇ ਇੱਕ ਸੀ ਦੂਜੀਆਂ ਮਹੱਤਵਪੂਰਨ ਅਦਾਲਤਾਂ। ਅਗਲਾ ਹੈਡਿੰਗ ਹੈ ਗੁਪਤਚਰ ਪ੍ਰਬੰਧ ਜਾਂ ਜਾਸੂਸੀ ਪ੍ਰਬੰਧ। ਤਾਂ ਇਹਦੇ ਵਿੱਚ ਸੀ ਮੌਰੀਆ ਦਾ ਗੁਪਤਚਰ ਪ੍ਰਬੰਧ ਜਿਹੜੇ ਕਿ ਸ੍ਰੇਸ਼ਟ ਸੀ। ਸ਼ਾਸਨ ਨੂੰ ਮਜ਼ਬੂਤ ਬਣਾਉਣ ਦੇ ਲਈ ਇੱਕ ਵੱਖਰੇ ਗੁਪਤਚਰ ਵਿਭਾਗ ਦੀ ਜਿਹੜੀ ਕਿ ਵਿਵਸਥਾ ਕੀਤੀ ਗਈ ਸੀ। ਕੁਝ ਗੁਪਤਚਰ ਸਥਾਈ ਤੌਰ ਤੇ ਵੱਖ-ਵੱਖ ਥਾਵਾਂ ਤੇ ਨਿਯੁਕਤ ਕੀਤੇ ਗਏ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਸੰਸਥਾ। ਭਾਵ ਕਿ ਜਿਹੜੇ ਕਿ ਜਾਸੂਸ ਸੀ ਉਹ ਜਦੋਂ ਅਲੱਗ-ਅਲੱਗ ਸੰਸਥਾਵਾਂ ਦੇ ਵਿੱਚ ਨਿਯੁਕਤ ਕੀਤੇ ਜਾਂਦੇ ਸੀ ਥਾਵਾਂ ਤੇ, ਉਹਨਾਂ ਨੂੰ ਕਹਿੰਦੇ ਸੀ ਸੰਸਥਾ। ਤੇ ਇਸ ਤੇ ਉਲਟ ਜਿਹੜੇ ਕਿ ਕੁਝ ਗੁਪਤਚਰ ਭੇਸ ਬਦਲ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਸੀ, ਉਹਨਾਂ ਨੂੰ ਕਹਿੰਦੇ ਸੀ ਸੰਚਾਰ। ਜਦੋਂ ਤਾਂ ਕੋਈ ਜਾਸੂਸ ਇੱਕ ਜਗ੍ਹਾ ਤੇ ਰੁਕ ਕੇ ਹੀ ਜਿਹੜੇ ਕਿ ਉਸ ਇਲਾਕੇ ਦੀ ਹੀ ਜਾਸੂਸੀ ਦਿੰਦਾ ਸੀ, ਉਹਨੂੰ ਤਾਂ ਕਹਿੰਦੇ ਸੀ ਸੰਸਥਾ। ਜਦੋਂ ਕੋਈ ਜਾਸੂਸ ਇੱਕ ਥਾਂ ਤੋਂ ਦੂਜੀ ਥਾਂ ਤੇ, ਦੂਜੀ ਥਾਂ ਤੋਂ ਤੀਜੀ ਥਾਂ ਤੇ ਅੱਗੇ ਘੁੰਮ ਕੇ ਜਿਹੜੇ ਕਿ ਆਪਣੀਆਂ ਜਿਹੜੀ ਕਿ ਜਾਸੂਸੀ ਕਰਦਾ ਸੀ, ਤਾਂ ਉਹਨੂੰ ਕਹਿੰਦੇ ਸੀ ਸੰਚਾਰ। ਤੇ ਗੁਪਤਚਰ ਦੇ ਜਾਸੂਸੀ ਵਿਭਾਗ ਦੇ ਵਿੱਚ ਲੇਡੀਜ਼ ਵੀ ਕੰਮ ਕਰਦੀਆਂ ਸੀ। ਤੇ ਜਾਸੂਸਾ ਅਪਰਾਧੀਆਂ, ਦੁਸ਼ਮਣਾਂ, ਦੇਸ਼ ਧਰੋਹਾਂ ਦਾ ਪਤਾ ਲਗਾਉਂਦੇ ਸੀ, ਤੇ ਉਹ ਸਰਕਾਰੀ ਕਰਮਚਾਰੀਆਂ ਦੇ ਦੀਆਂ ਸਰਗਰਮੀਆਂ ਤੋਂ ਵੀ ਸਮਰਾਟ ਨੂੰ ਜਿਹੜੇ ਕਿ ਸੂਚਨਾਵਾਂ ਦਿੰਦੇ ਸੀ। ਤੇ ਉਸ ਸਮੇਂ ਛਾਪੇਖਾਨੇ ਨਾ ਹੋਣ ਕਰਕੇ ਜਿਹੜੇ ਗੁਪਤਚਰ ਆ ਜਾਸੂਸ, ਉਹ ਰਾਜੇ ਨੂੰ ਪਰਜਾ ਦੇ ਰਾਜਨੀਤਿਕ ਵਿਚਾਰਤਾਵਾਂ ਤੋਂ ਜਾਣੂ ਰੱਖਦੇ ਸੀ। ਤੇ ਰਾਜੇ ਤੱਕ ਜਿਹੜੇ ਕਿ ਸਮਾਚਾਰ ਪਹੁੰਚਾਉਣ ਦੇ ਲਈ ਉਹਨਾਂ ਨੇ ਸੰਦੇਸ਼ਵਾਹਕ ਕਬੂਤਰਾਂ ਦੀ ਵਰਤੋਂ ਕਰਦੇ ਸੀ। ਤੇ ਗੁਪਤਚਰਾਂ ਤੇ ਵੀ ਸਖਤ ਨਿਗਰਾਨੀ ਰੱਖੀ ਜਾਂਦੀ ਸੀ। ਆਪਣੇ ਕਰਤੱਵਾਂ ਦੀ ਪੂਰੀ ਪਾਲਣਾ ਨਾ ਕਰਨ ਵਾਲੇ ਜਿਹੜੇ ਜਾਸੂਸ ਹੁੰਦੇ ਸੀ, ਉਹਨਾਂ ਨੂੰ ਸਜ਼ਾ ਮਿਲਦੀ ਸੀ। ਤੇ ਮੈਗਜ਼ੀਨ ਤੇ ਏਰੀਅਨ ਦੇ ਅਨੁਸਾਰ ਚੰਦਰਗੁਪਤ ਦੇ ਗੁਪਤਚਰਾਂ ਨੇ ਜਨਤਾ ਦੇ ਦਿਲਾਂ ਵਿੱਚ ਰਾਜੇ ਲਈ ਸ਼ਰਧਾ ਦੇ ਭਾਵ ਪੈਦਾ ਕਰ ਦਿੱਤੇ। ਤੇ ਅਸਲ ਦੇ ਵਿੱਚ ਮੌਰੀਆ ਸ਼ਾਸਨ ਦੀ ਸਫਲਤਾ ਵਿੱਚ ਗੁਪਤਚਰ ਵਿਭਾਗ ਦਾ ਬਹੁਤ ਵੱਡਾ ਹੱਥ ਸੀ।
ਤੇ ਨੈਕਸਟ ਆਪਣਾ ਹੈਡਿੰਗ ਅੱਗੇ ਹੋਊਗਾ ਸੈਨਿਕ ਪ੍ਰਬੰਧ। ਹਾਂਜੀ, ਚੰਦਰਗੁਪਤ ਮੌर्य ਨੇ ਇੱਕ ਵਿਸ਼ਾਲ ਸੈਨਾ ਸਥਾਪਿਤ ਕੀਤੀ ਹੋਈ ਸੀ ਜਿਹਦੇ ਵਿੱਚ 6 ਲੱਖ ਤੋਂ ਲੈ ਕੇ 30,000 ਜਿਹੜੇ ਕਿ ਘੋੜਸਵਾਰ ਸੀ, 6 ਲੱਖ ਪੈਦਲ ਸੈਨਿਕ ਸੀ, 9,000 ਹਾਥੀ, 8,000 ਰੱਥ। ਅਗਰ ਤੁਹਾਨੂੰ ਯਾਦ ਹੁੰਦਾ ਇਹ, ਠੀਕ ਹੈ, ਡਾਟਾ ਤੁਸੀਂ ਯਾਦ ਕਰ ਸਕਦੇ ਹੋ, ਨਹੀਂ ਤੁਸੀਂ ਵੈਸੇ ਕਹਿ ਸਕਦੇ ਹੋ ਕਿ ਕਾਫੀ ਜ਼ਿਆਦਾ ਸੈਨਾ ਸੀ, ਠੀਕ ਹੈ, 6 ਲੱਖ ਦੇ ਕਰੀਬ ਐਵੇਂ ਬੋਲ ਸਕਦੇ ਹੋ, 6,90,000, ਠੀਕ ਹੈ, ਇਹ ਕੁੱਲ ਸੈਨਾ ਸੀ, ਇਹ ਯਾਦ ਰੱਖ ਲਿਓ। ਤੇ ਇਹਦੇ ਵਿੱਚ ਕਿੰਨੇ ਹਾਥੀ ਸੀ, ਕਿੰਨੇ, ਅਗਰ ਤੁਹਾਡੇ ਯਾਦ ਹੁੰਦਾ ਠੀਕ ਹੈ, ਨਹੀਂ ਤੁਸੀਂ ਛੱਡ ਸਕਦੇ ਹੋ। ਹਾਂਜੀ, ਇਹਨਾਂ ਦੇ ਵਿੱਚ ਮੌर्य ਸ਼ਾਸਨ ਦੇ ਵਿੱਚ ਜਿਹੜੇ ਕਿ ਸੈਨਿਕਾਂ ਦੇ ਵਿੱਚ ਪਹਿਲਾਂ ਆਊਗਾ ਆਪਣਾ ਭਰਤੀ। ਇਹ ਮੈਂ ਤੁਹਾਨੂੰ ਪਹਿਲਾਂ ਵੀ ਕੁਐਸਚਨ ਦੱਸਿਆ ਕਿ ਚਾਹੇ ਤੁਹਾਨੂੰ ਚੰਦਰਗੁਪਤ ਮੌर्य ਸ਼ਾਸਨ ਪ੍ਰਬੰਧ ਪੁੱਛ ਲਿਆ ਜਾਵੇ, ਚਾਹੇ ਤੁਹਾਨੂੰ ਕੁਐਸਚਨ ਪੁੱਛਿਆ ਜਾਵੇ ਮੌर्य ਸਾਮਰਾਜ ਦਾ ਸ਼ਾਸਨ ਪ੍ਰਬੰਧ ਜਾਂ ਮੌर्य ਦਾ ਪ੍ਰਸ਼ਾਸਨ, ਠੀਕ ਹੈ, ਤਾਂ ਸਾਰੇ ਜੋ ਆਪਾਂ ਆਨਸਰ ਕਰ ਰਹੇ ਇਹ ਆਉਣਗੇ ਪੁਆਇੰਟ, ਠੀਕ ਹੈ। ਭਰਤੀ, ਚੰਦਰਗੁਪਤ ਮੌर्य ਸਮੇਂ ਭਰਤੀ ਸਿਰਫ ਲੋਕਾਂ ਦੀ ਮਰਜ਼ੀ ਦੇ ਅਨੁਸਾਰ ਹੁੰਦੀ ਸੀ, ਠੀਕ ਹੈ। ਰਿਕਰੂਟਮੈਂਟ ਸਿਰਫ ਲੋਕਾਂ ਦੀ ਮਰਜ਼ੀ ਦੇ ਅਕੋਰਡਿੰਗ ਕੋਈ ਵੀ ਜਿਹੜਾ ਆਪਣੀ ਸੈਨਾ ਦੇ ਵਿੱਚ ਭਰਤੀ ਹੋ ਸਕਦਾ ਸੀ। ਸਿਰਫ ਤੰਦਰੁਸਤ ਤੇ ਸਿਹਤਮੰਦ ਲੋਕ ਹੀ ਸੈਨਾ ਵਿੱਚ ਭਰਤੀ ਹੁੰਦੇ ਸੀ ਤੇ ਸਿਰਫ ਉੱਚੇ ਤੇ ਦੇਸ਼ ਪ੍ਰਤੀ ਵਫਾਦਾਰ ਪਰਿਵਾਰਾਂ ਦੇ ਮੈਂਬਰਾਂ ਨੂੰ ਹੀ ਜਿਹੜੇ ਕਿ ਅੱਗੇ ਅਫਸਰ ਪਦ ਉੱਤੇ ਜਿਹੜੇ ਕਿ ਨਿਯੁਕਤ ਕੀਤਾ ਜਾਂਦਾ ਸੀ। ਅੱਗੇ ਹੈ ਤਨਖਾਹ। ਮੌर्य ਕਾਲ ਦੇ ਸਮੇਂ 'ਚ ਨਿਯਮਿਤ ਰੂਪ ਨਾਲ ਤਨਖਾਹ ਦਿੱਤੀ ਜਾਂਦੀ ਸੀ। ਮੌर्य ਕਾਲ ਦੇ ਸੈਨਾਪਤੀ ਨੂੰ 48,000 ਪਣ ਸੀ, ਪ੍ਰਸ਼ਾਸਕਾਂ ਨੂੰ 24,000 ਪਣ, ਨਾਇਕਾਂ ਨੂੰ 12,000 ਪਣ ਤੇ ਸਿੱਖਿਅਤ ਸੈਨਿਕਾਂ ਨੂੰ 500 ਪਣ ਦਿੱਤਾ ਜਾਂਦਾ ਸੀ। ਪਾਣੀ ਇੱਕ ਚਾਂਦੀ ਦਾ ਸਿੱਕਾ ਸੀ ਜਿਹਦਾ ਭਾਰ 3/4 ਤੋਲੇ ਦੇ ਬਰਾਬਰ ਸੀ ਤੇ ਚੰਗੀ ਤਨਖਾਹ ਹੋਣ ਕਰਕੇ ਸੈਨਿਕਾਂ ਦਾ ਗੁਜ਼ਾਰਾ ਬਹੁਤ ਚੰਗੀ ਤਰ੍ਹਾਂ ਹੋ ਜਾਂਦਾ ਸੀ। ਅੱਗੇ ਹੈ ਤਰੱਕੀਆਂ। ਮੌर्य ਸ਼ਾਸਕ ਸੈਨਿਕਾਂ ਨੂੰ ਸਿਰਫ ਯੋਗਤਾ ਦੇ ਆਧਾਰ ਉੱਤੇ ਤਰੱਕੀਆਂ ਦਿੰਦੇ ਸੀ, ਜਦੋਂ ਮਤਲਬ ਕਿ ਕਿਸੇ ਦੇ ਵਿੱਚ ਜਿਹੜੀ ਕੋਈ ਐਬਿਲਿਟੀ ਹੁੰਦੀ ਸੀ ਉਹਦੇ ਅਕੋਰਡਿੰਗ। ਤੇ ਅਜਿਹਾ ਕਰਦੇ ਸਮੇਂ ਸੈਨਿਕਾਂ ਨਾਲ ਕੋਈ ਵੀ ਜਾਤ ਪਾਤ ਧਰਮ ਦਾ ਕੋਈ ਵੀ ਕਿਸੇ ਵੀ ਤਰੀਕੇ ਦਾ ਭੇਦਭਾਵ ਕਿਸੇ ਨਾਲ ਨਹੀਂ ਕੀਤਾ ਜਾਂਦਾ ਸੀ। ਸੈਨਿਕਾਂ ਦਾ ਉਤਸ਼ਾਹ ਵਧਾਉਣ ਦੇ ਲਈ ਕੌਟਿਲਿਆ ਦੇ ਅਨੁਸਾਰ ਚੰਦਰਗੁਪਤ ਮੌर्य ਨੇ ਸੈਨਿਕਾਂ ਦਾ ਉਤਸ਼ਾਹ ਹੌਸਲਾ ਵਧਾਉਣ ਦੇ ਲਈ ਜਿਹੜੇ ਕਿ ਉਹਨਾਂ ਨੂੰ ਨਗਦ ਇਨਾਮ ਵੀ ਦਿੰਦੇ ਸੀ। ਦੁਸ਼ਮਣਾਂ ਦੇ ਸਮਰਾਟ ਦਾ ਕਤਲ ਕਰਨ ਵਾਲੇ ਨੂੰ ਜਿਹੜੇ ਕਿ 1 ਲੱਖ ਪਣ ਮਿਲਦਾ ਸੀ ਤੇ ਉਹਨਾਂ ਦੇ ਸੈਨਾਪਤੀ ਦਾ ਕਤਲ ਕਰਨ ਵਾਲੇ ਨੂੰ 50,000 ਪਣ ਮਿਲਦਾ ਸੀ। ਹਾਥੀਆਂ ਅਤੇ ਰੱਥਾਂ ਦੇ ਮੁਖੀ ਦਾ ਕਤਲ ਕਰਨ ਵਾਲੇ ਨੂੰ 5,000 ਪਣ, ਭਾਵ ਕਿ ਅਲੱਗ-ਅਲੱਗ ਜਿਹੜੇ ਕਿ ਇਨਾਮ ਫਿਕਸ ਕੀਤੇ ਹੋਏ ਸੀ। ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਕਿ ਯੋਗ ਜਿਹੜੇ ਸੈਨਿਕ ਹੁੰਦੇ ਸੀ ਉਹਨਾਂ ਨੂੰ ਤਨਖਾਹ ਤੇ ਨਾਲ ਦੀ ਨਾਲ ਇਨਾਮ ਵੀ ਮਿਲਦੇ ਸੀ। ਅੱਗੇ ਹੈ ਸਜ਼ਾਵਾਂ। ਮੌर्य ਸ਼ਾਸਕਾਂ ਦੇ ਸਮੇਂ ਰਾਜ ਧਰੋਹ ਕਰਨ ਵਾਲੇ ਜਾਂ ਰਾਜ ਦੇ ਵਿਰੁੱਧ ਬਗਾਵਤ ਕਰਨ ਵਾਲੇ ਜਾਂ ਰਾਜੇ ਦੀ ਜਿਹੜੀ ਆਗਿਆ ਦੀ ਉਲੰਘਣਾ ਕਰਦੇ ਸੀ ਜਾਂ ਅਨੁਸ਼ਾਸਨ ਭੰਗ ਕਰਦੇ ਸੀ, ਉਹਨਾਂ ਸੈਨਿਕਾਂ ਨੂੰ ਸਖਤ ਸਜ਼ਾਵਾਂ ਮਿਲਦੀਆਂ ਸੀ, ਠੀਕ ਹੈ, ਤੇ ਸੈਨਿਕਾਂ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ। ਅੱਗੇ ਹੈ ਕਿਲੇ। ਮੌर्य ਸ਼ਾਸਕਾਂ ਨੇ ਸਾਮਰਾਜ ਦੀ ਸੁਰੱਖਿਆ ਲਈ ਕਿਲੇ ਵੀ ਬਣਾਏ ਹੋਏ ਸੀ ਤੇ ਇਹਨਾਂ ਕਿਲਿਆਂ ਦੇ ਚਾਰੇ ਪਾਸੇ ਜਿਹੜੇ ਕਿ ਚੌੜੀ ਖਾਈ ਹੁੰਦੀ ਸੀ ਪੱਟੀ ਹੋਈ, ਜਿਹਦੇ ਵਿੱਚ ਹਮੇਸ਼ਾ ਪਾਣੀ ਭਰ ਕੇ ਰੱਖਦੇ ਸੀ ਤਾਂ ਕਿ ਜਿਵੇਂ ਆ ਕਿਲੇ ਦੇ ਚਾਰੇ ਪਾਸੇ ਖਾਈ ਪੱਟ ਦਿੰਦੇ ਸੀ ਤਾਂ ਕਿ ਕੋਈ ਦੁਸ਼ਮਣ ਜਿਹੜੇ ਕਿ ਭਾਵ ਕਿ ਅੰਦਰ ਜਿਹੜੇ ਕਿ ਅੰਦਰ ਨਾ ਜਾ ਸਕੇ ਤੇ ਇਸ ਪਾਣੀ ਦੇ ਵਿੱਚ ਜ਼ਹਿਰੀਲੇ ਜੀਵ ਵੀ ਛੱਡੇ ਜਾਂਦੇ ਸੀ। ਕਿਲਿਆਂ ਦੀ ਸੁਰੱਖਿਆ ਲਈ ਜ਼ਿੰਮੇਵਾਰੀ ਅੰਤਪਾਲ ਨਾਂ ਦੇ ਅਧਿਕਾਰੀ ਦੀ ਹੁੰਦੀ ਸੀ ਤੇ ਦੇਸ਼ ਦੇ ਅੰਦਰੂਨੀ ਭਾਗਾਂ ਵਿੱਚ ਬਣੇ ਕਿਲਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੁਰਗਪਾਲ ਦੇ ਅਧਿਕਾਰੀ ਹੁੰਦੀ ਸੀ। ਅੱਗੇ ਅਰਥ ਸ਼ਾਸਤਰ ਕਿਹੜੇ ਸੀ, ਇਹ ਤਾਂ ਈਜ਼ੀ ਤੁਸੀਂ ਪੜ੍ਹ ਲੈਣੇ ਨੇ। ਯੁੱਧ ਵਿਧੀ ਕਿਹੜੀ ਸੀ? ਪ੍ਰਕਾਸ਼ ਯੁੱਧ। ਇਸ ਯੁੱਧ ਦੇ ਵਿੱਚ ਜੰਗੀ ਮੈਦਾਨਾਂ ਵਿੱਚ ਲੜਿਆ ਜਾਂਦਾ ਸੀ। ਕੂਟ ਯੁੱਧ, ਜਿਹਦੇ ਵਿੱਚ ਕੂਟਨੀਤੀ ਢੰਗ ਨਾਲ ਲੜਿਆ ਜਾਂਦਾ ਸੀ। ਤ੍ਰਿਸ਼ਨੀ ਯੁੱਧ, ਜਿਹਦੇ ਵਿੱਚ ਸ਼ੀਤ ਯੁੱਧ ਹੁੰਦਾ ਸੀ, ਭਾਵ ਕਿ ਇਹਦੇ ਵਿੱਚ ਕਿਹੜੀਆਂ ਹਾਲਤਾਂ ਵਿੱਚ ਕਿਸ ਕਿਸਮ ਦੀ ਪ੍ਰਣਾਲੀ ਨੂੰ ਅਪਣਾਇਆ ਜਾਊਗਾ ਇਸ ਦਾ ਨਿਰਣਾ ਰਾਜਾ ਕਰਦਾ ਸੀ ਤੇ ਯੁੱਧ ਦੇ ਸਮੇਂ ਸੈਨਿਕਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ। 6 ਸਮਿਤੀਆਂ। ਸੈਨਿਕ ਮੈਗਜ਼ੀਨ ਦੇ ਅਨੁਸਾਰ ਚੰਦਰਗੁਪਤ ਮੌर्य ਦੇ ਵਿਸ਼ਾਲ ਸੈਨਾ ਦੇ ਪ੍ਰਬੰਧ ਨੂੰ ਦੇਖਣ ਦੇ ਲਈ 30 ਮੈਂਬਰਾਂ ਦੀਆਂ ਜਿਹੜੀ ਕਿ ਸਮਿਤੀ ਬਣਾਈ ਗਈ ਸੀ, ਜਿਹਦੇ ਵਿੱਚ 6 ਕਮੇਟੀਆਂ ਹੁੰਦੀਆਂ ਸੀ। 30 ਮੈਂਬਰਾਂ ਦੀ ਜਿਹੜੀ ਕਿ ਮੈਂਬਰਾਂ ਦੀ ਭਾਵ ਕਿ ਕਮੇਟੀਆਂ ਬਣੀਆਂ ਹੋਈਆਂ ਸੀ 6, ਜਿਹਦੇ ਵਿੱਚ ਹਰ ਇੱਕ 'ਚ 5-5 ਮੈਂਬਰ ਹੁੰਦੇ ਸੀ, ਜਿਹਦੇ ਵਿੱਚ ਪੈਦਲ ਸੈਨਿਕ, ਘੋੜਸਵਾਰ ਸੈਨਾ, ਰੱਥ ਸੈਨਾ, ਜਲ ਸੈਨਾ, ਆਵਾਜਾਈ ਦੇ ਸਾਧਨਾਂ ਦਾ ਜਿਹੜੇ ਕਿ ਉਚਿਤ ਪ੍ਰਬੰਧ ਕਰਦੀਆਂ ਸੀ। ਸੋ ਇਹ ਸੀ ਜਿਹੜੇ ਕਿ ਮਿਲਟਰੀ ਪ੍ਰਬੰਧ, ਸੈਨਿਕ ਪ੍ਰਬੰਧ, ਜਿਹਦੇ ਵਿੱਚ ਭਰਤੀ, ਤਨਖਾਹ, ਤਰੱਕੀ, ਇਨਾਮ, ਸਜ਼ਾਵਾਂ, ਕਿਲੇ, ਅਸਤਰ ਤੇ ਯੁੱਧ ਵਿਧੀ। ਤੇ ਆਪਾਂ ਨੇ ਇਸ ਵੀਡੀਓ ਦੇ ਵਿੱਚ ਕੀਤਾ ਮੌर्य ਦਾ ਸ਼ਾਸਨ ਪ੍ਰਬੰਧ ਜਾਂ ਪ੍ਰਸ਼ਾਸਨ ਕਹਿ ਸਕਦੇ ਆਪਾਂ, ਜਾਂ ਤੁਹਾਨੂੰ ਕੁਐਸਚਨ ਆ ਸਕਦਾ ਕਿ ਚੰਦਰਗੁਪਤ ਮੌर्य ਦਾ ਪ੍ਰਸ਼ਾਸਨ। ਸਭ ਦਾ ਆਨਸਰ ਉਹੀ ਜੋ ਆਪਾਂ ਨੇ ਕੀਤਾ। ਸਭ ਤੋਂ ਪਹਿਲਾਂ ਤੁਹਾਡੇ ਹੈਡਿੰਗ ਯਾਦ ਹੋਣੇ ਚਾਹੀਦੇ ਨੇ। ਥੈਂਕਸ।